जी सफा हैगा 344। मैं जरा उन्हां तो पुछना चाहुंदा हां जो विश्वास ਦੇ ਅਧੀਨ ਰਹਿਣ ਦੇ ਚਾਹਵਾਨ ਹਨ। ਕੀ ਤੁਸੀਂ ਸੁਣਿਆ ਨਹੀਂ ਹੈ ਕਿ ਵਿਵਸਥਾ ਕੀ ਕਹਿੰਦੀ ਹੈ? ਉਹ ਦੱਸਦੀ ਹੈ ਕਿ ਅਬਰਾਹਮ ਦੇ ਦੋ ਪੁੱਤਰ ਸਨ, ਇੱਕ ਉਸ ਦੀ ਦਾਸੀ ਤੋਂ ਅਤੇ ਦੂਜਾ ਉਸ ਦੀ ਅਸਲੀ ਆਜ਼ਾਦ ਪਤਨੀ ਤੋਂ। ਇਸ ਵਿੱਚ ਦਾਸੀ ਦੇ ਪੁੱਤਰ ਦਾ ਜਨਮ ਸਧਾਰਨ ਰੀਤ ਅਨੁਸਾਰ ਹੋਇਆ, ਪਰ ਆਜ਼ਾਦ ਦੇ ਪੁੱਤਰ ਦਾ ਜਨਮ ਪਰਮੇਸ਼ਰ ਦੀ ਪ੍ਰਤਿਗਿਆ ਦੇ ਅਨੁਸਾਰ ਹੋਇਆ। ਇਹ ਸਭ ਜੋ ਹੋਇਆ ਇਹ ਉਦਾਹਰਨਾਂ ਸਨ। ਦੋਵੇਂ ਔਰਤਾਂ ਅਸਲ ਵਿੱਚ ਦੋ ਨਿਯਮਾਂ ਦੀਆਂ ਰੂਪਕ ਸਨ। ਇੱਕ ਉਹ ਜਿਸ ਦਾ ਸੰਬੰਧ ਸੀਨੇ ਦੇ ਪਹਾੜ ਨਾਲ ਅਰਥਾਤ ਹਾਜਰਾ, ਉਸ ਦੇ ਬੱਚਿਆਂ ਦਾ ਜਨਮ ਗੁਲਾਮੀ ਦੀ ਹਾਲਤ ਵਿੱਚ ਗੁਲਾਮੀ ਦੇ ਲਈ ਹੋਇਆ। ਹਾਜਰਾ ਅਰਬ ਦਾ ਸੀਨਾ ਪਹਾੜ ਹੈ ਅਤੇ ਇਹ ਹੁਣ ਦੇ ਯਰੂਸ਼ਲਮ ਦਾ ਰੂਪਕ ਵੀ ਹੈ, ਕਿਉਂਕਿ ਉਹ ਆਪਣੀ ਸੰਤਾਨ ਸਣੇ ਗੁਲਾਮੀ ਵਿੱਚ ਹੈ। ਪਰ ਉੱਪਰ ਸਵਰਗ ਵਿਚਲਾ ਯਰੂਸ਼ਲਮ ਆਜ਼ਾਦ ਹੈ ਅਤੇ ਉਹ ਸਾਡੀ ਮਾਂ ਹੈ। ਧਰਮ ਗ੍ਰੰਥ ਇਸ ਬਾਰੇ ਕਹਿੰਦਾ ਹੈ, ਹੇ ਬਾਂਝ, ਬੇਸ਼ੱਕ ਤੂੰ ਕਦੀ ਜਨਮ ਨਾ ਦਿੱਤਾ, ਪਰ ਫਿਰ ਵੀ ਤੂੰ ਆਨੰਦ ਮਨਾ। ਤੂੰ ਪ੍ਰਸੂਤਕ ਪੀੜਾਂ ਤੋਂ ਅਣਜਾਣ ਹੈ। ਉੱਚੀ ਦਿੱਤੀ ਪੁਕਾਰ ਕੇ ਆਨੰਦ ਮਨਾ, ਕਿਉਂਕਿ ਭਾਗਵਾਨ ਪਤੀ ਵਾਲੀ ਨਾਲੋਂ ਅਭਾਗਣ ਦੀ ਸੰਤਾਨ ਅਧਿਕ ਹੈ। ਪਰ ਭਰਾਵੋ, ਤੁਸੀਂ ਇਸਹਾਕ ਦੀ ਤਰ੍ਹਾਂ ਪਰਮੇਸ਼ਰ ਦੀ ਪ੍ਰਤਿਗਿਆ ਦੀ ਸੰਤਾਨ ਹੋ। ਪਰ ਜਿਸ ਤਰ੍ਹਾਂ ਉਸ ਦਿਨ ਸਧਾਰਨ ਰੀਤੀ ਦੁਆਰਾ ਜਨਮਿਆ ਆਤਮਿਕ ਜਨਮ ਵਾਲੇ ਤੇ ਅਤਿਆਚਾਰ ਕਰਦਾ ਸੀ, ਅੱਜ ਵੀ ਉਸੇ ਤਰ੍ਹਾਂ ਹੋ ਰਿਹਾ ਹੈ। ਪਰ ਧਰਮ ਗ੍ਰੰਥ ਇਸ ਬਾਰੇ ਕਹਿੰਦਾ ਹੈ, ਦਾਸੀ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ, ਕਿਉਂਕਿ ਦਾਸੀ ਦਾ ਪੁੱਤਰ ਅਸਲੀ ਆਜ਼ਾਦ ਪਤਨੀ ਦੇ ਪੁੱਤਰ ਨਾਲ ਜਾਇਦਾਦ ਦਾ ਵਾਰਸ ਨਹੀਂ ਠਹਿਰੇਗਾ। ਇਸ ਲਈ ਹੇ ਮੇਰੇ ਭਰਾਵੋ, ਅਸੀਂ ਦਾਸੀ ਦੇ ਨਹੀਂ ਆਜ਼ਾਦ ਦੀ ਸੰਤਾਨ। ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਜੈ ਮਸੀਹ ਦੀ। ਅਸੀਂ ਪ੍ਰਭੂ ਦੇ ਵਚਨ ਚ ਜਿੱਥੇ ਤੱਕ ਅਸੀਂ ਪੜ੍ਹ ਕੇ ਹਟੇ ਹਾਂ ਔਰ ਦੇਖਿਆ ਸੀ, ਕੱਲ ਉਤਪਤ ਦਾ 16ਵਾਂ ਭਾਵ ਪੜ੍ਹਿਆ ਸੀਗਾ ਸਾਰੇ ਦਾ ਸਾਰਾ, ਔਰ ਉਸਦੇ ਵਿੱਚ ਅਸੀਂ ਦੋ ਚੀਜ਼ਾਂ ਜਿਸ ਤਰ੍ਹਾਂ ਤੇ ਇਹ ਨੋਟ ਕੀਤੀਆਂ ਸੀ ਕਿ 15ਵੇਂ 14ਵੇਂ ਔਰ 15ਵੇਂ ਚੈਪਟਰ ਦੇ ਵਿੱਚ ਪ੍ਰਭੂ ਨੇ ਬਹੁਤ ਭਾਰੀ ਬਰਕਤ ਅਬਰਾਹਮ ਨੂੰ ਦਿੱਤੀ। 14ਵੇਂ ਚੈਪਟਰ ਦੇ ਵਿੱਚ ਅਬਰਾਹਮ ਇੱਕ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਆ ਰਿਹਾ, ਲੇਕਿਨ ਉਹ ਜਿੱਤ ਇੰਨੀ ਮਾਨੇ ਨਹੀਂ ਸੀ ਰੱਖਦੀ ਜਿੰਨਾ ਉਸਨੂੰ ਜਿਸ ਲਈ ਉਹ ਆਇਆ ਤੇ ਉਸਨੂੰ ਮਲਕੀਸੇਦਕ ਮਿਲਿਆ। ਔਰ ਅਸੀਂ ਮੂਵੀ ਦੇ ਪਹਿਲੇ ਹਿੱਸੇ ਦੇ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਜਿੱਦਾਂ ਅੱਜ ਅਸੀਂ ਦਾਖਸਾਰ ਤੇ ਰੋਟੀ ਲੈਂਦੇ ਹਾਂ, ਇਸੇ ਤਰ੍ਹਾਂ ਉਸਨੇ ਅਬਰਾਹਮ ਦੇ ਨਾਲ ਜਿਹੜਾ ਸਭ ਤੋਂ ਪਹਿਲਾ ਜਿਹੜਾ ਪ੍ਰਭੂ ਭੋਜ ਔਰ ਪੁਰਾਣੇ ਨਿਯਮ ਚ ਇੱਕੋ ਹੀ ਪ੍ਰਭੂ ਭੋਜ ਜਿਹੜਾ ਹੋਇਆ, ਉਹ ਅਬਰਾਹਮ ਨੂੰ ਮਲਕੀਸੇਦਕ ਨੇ ਦਿੱਤਾ। ਔਰ ਪ੍ਰਭੂ ਦਾ ਵਚਨ ਸਾਨੂੰ ਦੱਸਦਾ ਕਿ ਮਲਕੀਸੇਦਕ ਦਾ ਸਾਡੇ ਕੋਲ ਕੋਈ ਉਸਦੇ ਖਾਨਦਾਨ ਦੇ ਬਾਰੇ ਕੁਛ ਨਹੀਂ ਪਤਾ। ਉਹ ਕਿੱਥੋਂ ਆਇਆ, ਉਹ ਕਿੱਥੇ ਪੈਦਾ ਹੋਇਆ, ਕਿਸ ਤਰ੍ਹਾਂ ਪੈਦਾ ਹੋਇਆ। ਔਰ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਆ ਤੇ ਪ੍ਰਭੂ ਨੇ ਆਪ ਉਸਨੂੰ ਉਹ ਹਿੱਸਾ ਦਿੱਤਾ ਜਿਸ ਦੇ ਰਾਹੀਂ ਪ੍ਰਭੂ ਯਿਸੂ ਸਾਡੇ ਕੋਲ ਆ ਰਹੇ ਸੀ। ਲੇਕਿਨ 15ਵੇਂ ਚੈਪਟਰ ਦੇ ਵਿੱਚ ਜਿਸਲੇ ਪ੍ਰਭੂ ਨੇ ਫਿਰ ਆਵਾਜ਼ ਉਸਨੇ ਸੁਣੀ ਆ, ਔਰ 15ਵੇਂ ਚੈਪਟਰ ਦੇ ਵਿੱਚ ਇੱਥੇ ਮੇਰੇ ਕੋਲ ਆਪਾਂ ਚਲੇ ਜਾਂਦੇ ਹਾਂ ਕਿਉਂਕਿ ਉੱਥੇ ਆਪਾਂ ਹੁਣ ਅਗਲੇ ਹਿੱਸੇ ਦੇਖਣੇ ਆ। ਮੇਰੇ ਨਾਲ ਉਤਪਤ ਦਾ 15ਵੇਂ ਭਾਵ ਦੇ ਵਿੱਚ ਆ ਜਾਓ। ਅਸੀਂ ਪੜਾਂਗੇ ਨਹੀਂ, ਮੈਂ ਇੱਕ ਦੋ ਆਇਤਾਂ ਮੈਂ ਹੀ ਪੜੂੰਗਾ ਉਹਨਾਂ ਨੂੰ। ਸੋ ਉਸ ਤੋਂ ਬਾਅਦ ਫਿਰ ਅਸੀਂ ਜਿਸਲੇ ਅੱਗੇ ਵਧਾਂਗੇ ਫਿਰ ਮੈਂ ਤੁਹਾਨੂੰ ਪੜ੍ਹਨ ਦੇ ਲਈ ਦੱਸੂਗਾ। ਔਰ ਪ੍ਰਭੂ ਨੇ ਉਸਨੂੰ ਅਬਰਾਮ ਨੂੰ ਦਰਸ਼ਨ ਦਿੱਤੇ। ਅਬਰਾਮ ਨੂੰ ਦਰਸ਼ਨ ਦੇ ਕੇ ਕਿਹਾ ਕਿ ਮੈਂ ਪਰਮੇਸ਼ਵਰ ਤੇਰੇ ਨਾਲ ਹਾਂ ਔਰ ਮੈਂ ਤੇਰੀ ਹਰ ਖਤਰੇ ਤੋਂ ਰੱਖਿਆ ਕਰੂੰਗਾ ਔਰ ਤੇਰੇ ਬਦਲੇ ਦੇ ਵਿੱਚ ਮੈਂ ਤੈਨੂੰ ਬਹੁਤ ਕੁਛ ਦਊਂਗਾ। ਤੂੰ ਮੇਰਾ ਹੁਕਮ ਮੰਨਿਆ। ਮੈਂ ਤੈਨੂੰ ਕਿਹਾ ਸੀ ਕਿ ਤੂੰ ਇਸ ਘਰ ਦੇ ਵਿੱਚੋਂ ਉੱਥੋਂ ਛੱਡ ਕੇ ਤੁਰ ਪਾ। ਇਸੇ ਬਰਕਤ ਸਾਨੂੰ ਉੱਥੇ ਨਹੀਂ ਮਿਲਦੀ ਜਿੱਥੇ ਅਸੀਂ ਬੈਠੇ ਹੋਈਏ। ਸਾਡੀ ਜਿਹੜੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੁੰਦੀ ਹੈਗੀ ਕਿ ਅਸੀਂ ਪ੍ਰਭੂ ਦੇ ਕੋਲੋਂ ਮੰਗ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਬਹੁਤ ਛੋਟੀਆਂ ਚੀਜ਼ਾਂ ਮੰਗ ਰਹੇ ਹਾਂ। ਅਸੀਂ ਪ੍ਰਭੂ ਦੇ ਕੋਲੋਂ ਬੇਸਿਕਲੀ ਹੀਲਿੰਗ ਮੰਗਦੇ ਹਾਂ, ਖੁਦਾਬੰਦ ਦਿੰਦਾ। ਅਸੀਂ ਉਹਦੇ ਕੋਲੋਂ ਦੁਨਿਆਵੀ ਚੀਜ਼ਾਂ ਮੰਗਦੇ ਹਾਂ, ਪ੍ਰਭੂ ਦਿੰਦਾ ਆ। ਅਸੀਂ ਜਿਹੜੀ ਮੰਗਣ ਵਾਲੀ ਚੀਜ਼ ਆ ਉਹ ਨਹੀਂ ਉਹ ਤੋਂ ਮੰਗਦੇ। ਔਰ ਜਿਹੜੀ ਕਿਉਂਕਿ ਉਹ ਜਿਹੜੀ ਮੰਗਣ ਵਾਲੀ ਚੀਜ਼ ਆ ਉਸ ਤੋਂ
ਸਾਡੇ ਦਿਲ ਦਿਮਾਗ ਇੰਨੇ ਅੱਕ ਚੁੱਕੇ ਆ ਕਿ ਅਸੀਂ ਸਾਡਾ ਧਿਆਨ ਉਧਰ ਜਾਣੋਂ ਹੀ ਹਟ ਜਾਂਦਾ। ਅਸੀਂ ਇਹ ਸੋਚ ਲੈਂਦੇ ਕਿ ਜਿਹੜੀ ਮੁਕਤੀ ਦੀ ਖੋਜ ਆ ਬਜ਼ੁਰਗਾਂ ਦੇ ਵਾਸਤੇ ਕਿ ਬਾਲ ਅਵਸਥਾ, ਫਿਰ ਯੁਵਾ ਅਵਸਥਾ ਆ ਗਈ, ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਆ ਤੁਹਾਡੀ ਗ੍ਰਹਿ ਅਵਸਥਾ ਆ ਗਈ, ਜਿਹਦੇ ਵਿੱਚ ਤੁਸੀਂ ਆਪਣਾ ਘਰ ਬਸਾਇਆ। ਉਸ ਤੋਂ ਬਾਅਦ ਤੁਸੀਂ ਆਪਣੇ ਜਿਹੜੇ ਬੱਚੇ ਪਾਲੇ, ਔਰ ਫਿਰ ਵਿਰਧ ਅਵਸਥਾ ਆ ਗਈ। ਔਰ ਵਿਰਧ ਅਵਸਥਾ ਦੇ ਵਿੱਚ ਜਾ ਕੇ ਤੁਸੀਂ ਮੁਕਤੀ ਦੀ ਖੋਜ ਕਰਨ ਲੱਗਦੇ। ਲੇਕਿਨ ਉਸ ਸਮੇਂ ਤੱਕ ਅਸੀਂ ਜਿਸਲੇ ਉਹ ਸਾਰੇ ਸਮੇਂ ਦੇ ਵਿੱਚ ਜਿਸਲੇ ਸਾਰਾ ਕੁਝ ਦੇਖ ਲੈਂਦੇ ਹਾਂ, ਸਾਨੂੰ ਪਤਾ ਹੁੰਦਾ ਕਿ ਕਿਸੇ ਕੋਲ ਹੈ ਨਹੀਂ ਕੁਛ ਵੀ। ਸੋ ਵਿਰਧ ਅਵਸਥਾ ਵਿੱਚ ਜਾ ਕੇ ਵੀ ਅਸੀਂ ਮੁੜ ਕੇ ਬਾਲ ਅਵਸਥਾ ਦੇ ਵਿੱਚ ਚਲੇ ਜਾਂਦੇ ਹਾਂ, ਕਿਉਂਕਿ ਹੁਣ ਜੋ ਕੁਝ ਅਸੀਂ ਆਪਣੇ ਲਈ ਲੱਭਦੇ ਫਿਰਦੇ ਸੀ ਬੱਚਿਆਂ ਲਈ ਲੱਭਣਾ ਸ਼ੁਰੂ ਕਰ ਦਿੰਦੇ ਹਾਂ। ਔਰ ਉਸੇ ਗੇੜ ਦੇ ਵਿੱਚ ਅਸੀਂ ਸਾਡੀ ਜ਼ਿੰਦਗੀ ਇੱਥੋਂ ਪੂਰੀ ਹੋ ਜਾਂਦੀ ਹੈ। ਲੇਕਿਨ ਪ੍ਰਭੂ ਦੇ ਵਚਨ ਦੇ ਵਿੱਚ ਉਹ ਸਾਨੂੰ ਸਾਡੀ ਆਤਮਾ ਦੀ ਮੁਕਤੀ ਦੀ ਖੋਜ ਦੇ ਲਈ ਕਹਿੰਦਾ, ਉਹ ਸਭ ਤੋਂ ਵੱਡੀ ਭਾਲ ਆ ਜਿਹਦੇ ਬਾਰੇ ਉਹ ਕਹਿੰਦਾ। ਔਰ ਫਿਰ ਉਹਦਾ ਜਿਹੜਾ ਦੂਸਰਾ ਹੁੰਦਾ ਕਿ ਹੁਣ ਤੂੰ ਤੁਰ ਪਾ। ਔਰ ਜਾਂਦਿਆਂ ਜਾਂਦਿਆਂ ਨੂੰ ਫਿਰ ਸਾਨੂੰ ਬਰਕਤ ਮਿਲਦੀ। ਅਸੀਂ ਪ੍ਰਭੂ ਦੇ ਜ਼ਬੂਰ ਦੇ ਵਿੱਚ ਦੇਖਾਂਗੇ, ਲੇਕਿਨ ਅਸੀਂ ਇਸ ਵੇਲੇ ਆਪਣਾ ਧਿਆਨ ਇੱਥੇ ਫੋਕਸ ਰੱਖਾਂਗੇ। ਅਬਰਾਮ ਨੇ ਉਸਨੂੰ ਕਿਹਾ ਕਿ ਤੂੰ ਮੈਨੂੰ ਕੀ ਦੇਵੇਂਗਾ? ਜੋ ਕੁਛ ਹੈਗਾ ਆ ਇਹ ਤਾਂ ਸਾਰਾ ਮੇਰਾ ਜਿਹੜਾ ਦਮਿਸ਼ਕੀ ਵਾਲੀ ਹਜ਼ਾਰ ਆ ਉਹ ਹੀ ਇਸ ਦਾ ਮਾਲਕ ਬਣੇਗਾ। ਪ੍ਰਭੂ ਨੇ ਕਿਹਾ ਨਹੀਂ, ਬਾਹਰ ਆ, ਦੇਖ ਸਵਰਗ ਦੇ ਦੇਖ ਤਾਰੇ ਕਿੰਨੇ ਅਸਮਾਨ ਦੇ ਵਿੱਚ, ਤੇਰੀ ਸੰਤਾਨ, ਮੈਂ ਤੈਨੂੰ ਇੰਨੀ ਸੰਤਾਨ ਦਊਂਗਾ। ਸੋ ਉਸ ਬਜ਼ੁਰਗ ਨੇ ਇੱਥੇ ਪ੍ਰਭੂ ਤੇ ਸਿਰਫ ਭਰੋਸਾ ਕੀਤਾ, ਉਸਨੇ ਵਿਸ਼ਵਾਸ ਕੀਤਾ। ਔਰ ਜਿਸ ਲਈ ਉਸਨੇ ਵਿਸ਼ਵਾਸ ਕੀਤਾ ਤੇ ਪ੍ਰਭੂ ਨੇ ਉਸਨੂੰ ਆਪਣੇ ਸਾਹਮਣੇ ਉਚਿਤ ਠਹਿਰਾਇਆ। ਪ੍ਰਭੂ ਨੇ ਉਸਦੇ ਨਾਲ ਫਿਰ ਨੇਮ ਬੰਨ੍ਹਿਆ, ਲਹੂ ਦੇ ਨਾਲ ਉਸ ਨੇਮ ਨੂੰ ਮੋਹਰ ਕੀਤਾ ਗਿਆ। ਇਹ ਸ਼ਬਦ ਹਮੇਸ਼ਾ ਚੇਤੇ ਰੱਖਿਓ, ਮੋਹਰ ਕੀਤਾ ਗਿਆ, ਜਿਸ ਤਰ੍ਹਾਂ ਕਿ ਸਟੈਂਪ ਲਾਈ ਗਈ। ਲਹੂ ਦੇ ਨਾਲ ਉਸ ਨੇਮ ਨੂੰ ਮੋਹਰ ਕੀਤਾ ਗਿਆ। ਘਰ ਆਇਆ, ਆ ਕੇ ਉਸਨੇ ਸਾਰਾ ਕੁਝ ਸਾਰਾ ਨੂੰ ਦੱਸਿਆ ਤੇ ਸਾਰਾ ਦੇ ਦਿਮਾਗ ਦੇ ਵਿੱਚ ਪਲਾਨ ਆਇਆ ਕਿ ਕਿਉਂ ਨਾ ਆਪਾਂ ਪੁੱਤਰ ਹੀ ਲੈਣਾ, ਆਪਾਂ ਨੂੰ ਇੱਕ ਪੁੱਤਰ ਹੀ ਚਾਹੀਦਾ। ਮੇਰੇ ਨਾਲ ਮੇਰੀ ਮਿਸਰੀ ਦਾਸੀ ਆ, ਅਸੀਂ ਉਹਦੇ ਤੋਂ ਪੁੱਤਰ ਲੈ ਲਏ, ਬੱਚਾ ਉਹ ਤੋਂ ਲੈ ਲਏ। ਔਰ ਅਬਰਾਹਮ ਵੀ ਉਸ ਦੀਆਂ ਗੱਲਾਂ ਦੇ ਵਿੱਚ ਆ ਗਿਆ। ਉਸਨੇ ਕਿਹਾ ਠੀਕ ਆ। ਲੇਕਿਨ ਜਿਸ ਵੇਲੇ ਉਹ ਮਿਸਰੀ ਹਾਜਰਾ ਜਿਸ ਵੇਲੇ ਉਹ ਬੱਚੇ ਦੇ ਨਾਲ ਹੋ ਗਈ ਤਾਂ ਉਸਨੇ ਸਾਰਾ ਨੂੰ ਤੁੱਛ ਕਰਕੇ ਜਾਣਨਾ ਸ਼ੁਰੂ ਕਰ ਦਿੱਤਾ। ਉਸਦੇ ਧਿਆਨ ਦੇ ਵਿੱਚ ਇਹ ਆ ਗਿਆ ਕਿ ਹੁਣ ਮਾਲਕਣ ਮੈਂ ਇਹ ਦੱਸੀ। ਔਰ ਜਿਸ ਲਈ ਉਸਨੇ ਅਬਰਾਹਮ ਨੂੰ ਜਾ ਕੇ ਇਸ ਚੀਜ਼ ਦੱਸੀ, ਉਹ ਕਹਿੰਦਾ ਕਿ ਤੇਰੀ ਦਾਸੀ ਆ ਉਹ, ਕਿਉਂਕਿ ਮੈਂ ਤਾਂ ਉਸਨੂੰ ਉਸ ਬੱਚੇ ਤੋਂ ਬਾਅਦ ਮੇਰਾ ਉਸਦੇ ਨਾਲ ਕੋਈ ਰਿਸ਼ਤਾ ਨਹੀਂ, ਤੇਰਾ ਰਿਸ਼ਤਾ, ਤੂੰ ਉਸਨੂੰ ਕਹਿ। ਔਰ ਜਿਸ ਲਈ ਉਸਨੇ ਸਖਤੀ ਕੀਤੀ ਤਾਂ ਉਹ ਘਰੋਂ ਦੌੜ ਗਈ। ਔਰ ਅਸੀਂ ਦੇਖਿਆ ਕਿ ਜਿਸ ਲਈ ਦੌੜੀ ਜਾਂਦੀ ਉਹ ਜਾੜ ਦੇ ਵਿੱਚ ਆ ਤੇ ਪ੍ਰਭੂ ਦੇ ਫਰਿਸ਼ਤੇ ਨੇ ਉਸਨੂੰ ਰੋਕਿਆ ਔਰ ਉਸਨੂੰ ਪੁੱਛਿਆ ਤੂੰ ਕਿੱਥੋਂ ਆਈ ਹੈ ਤੇ ਕਿੱਥੇ ਜਾ? ਤਾਂ ਉਸਨੇ ਦੱਸਿਆ ਕਿ ਮੈਂ ਦਾਸੀ ਹਾਂ ਔਰ ਮੈਂ ਆਪਣੀ ਮਾਲਕਣ ਤੋਂ ਦੌੜ ਕੇ ਆ ਰਹੀ। ਉਸਨੇ ਕਿਹਾ ਨਹੀਂ, ਤੂੰ ਵਾਪਸ ਜਾ, ਤੇਰੇ ਇੱਕ ਪੁੱਤਰ ਹੋਏਗਾ, तो उसका नाम इश्माइल रख लो, क्योंकि प्रभु ने तेरी पुकार सुनी। इस दे विच तेरा कोई कसूर नहीं, that's what it is। इस दे विच तेरा कसूर नहीं।
ਪ੍ਰਭੂ ਉਹਨਾਂ ਨੂੰ ਰਿਸ਼ਤਾ ਦੇਣਾ ਮੰਗਦਾ ਸੀ, ਲੇਕਿਨ ਉਹਨਾਂ ਦੋਨਾਂ ਨੇ ਆਪਣੀ ਗਲਤੀ ਦੇ ਨਾਲ ਹੁਣ ਵਿਵਸਥਾ ਲਈ। ਕਿਉਂਕਿ ਜਿਹੜਾ ਸਟੈਪ ਸਾਰਾ ਨੇ ਚੁੱਕਿਆ, ਉਹ ਜਿਹੜਾ ਸਟੈਪ ਸੀਗਾ ਉਹ ਉਸ ਸਮੇਂ ਦਾ ਇੱਕ ਲੀਗਲ ਰਾਈਟ ਸੀ ਕਿ ਕੋਈ ਵੀ ਮਾਲਕਣ ਆਪਣੀ ਦਾਸੀ ਦੇ ਰਾਹੀਂ ਆਪਣੇ ਲਈ ਸੰਤਾਨ ਪ੍ਰਾਪਤ ਕਰ ਸਕਦਾ। ਅਸੀਂ ਇਹ ਸਟੈਪ ਗਾਂ ਜਾ ਕੇ ਵੀ ਦੇਖਦੇ ਹਾਂ ਕਿ ਕਿਸ ਤਰ੍ਹਾਂ ਅੱਗੇ ਜਾ ਕੇ ਜੇਕਬ ਯਾਕੂਬ ਜਿਹੜਾ ਸੀਗਾ, ਉਹਦੀਆਂ ਦੋਨਾਂ ਪਤਨੀਆਂ ਨੇ ਇੱਕ ਦੂਸਰੇ ਦੇ ਨਾਲ ਜੈਲਸੀ ਕਰਕੇ ਆਪਣੀਆਂ ਦਾਸੀਆਂ ਤੋਂ ਬੱਚੇ ਲਏ ਯਾਕੂਬ ਦੇ ਰਾਹੀਂ, ਔਰ ਉਹਨਾਂ 12 ਦੇ ਵਿੱਚ ਉਹਨਾਂ ਦਾਸੀਆਂ ਦੇ ਬੱਚੇ ਵੀ ਗਿਣਾਉਂਦੇ ਜਿਹੜੇ ਕਬੀਲੇ ਬਣੇ। ਸੋ ਉਹ ਜਿਹੜਾ ਇੱਕ ਲੀਗਲ ਲਾਈਨ ਸੀਗੀ, ਜੋ ਲਾ ਸੀ ਉਸ ਸਮੇਂ ਦਾ, ਉਸਨੇ ਉਸ ਲਾ ਦੇ ਹਿਸਾਬ ਦੇ ਨਾਲ ਇੱਕ ਬੱਚਾ ਪੈਦਾ ਕੀਤਾ। ਔਰ ਇਸ ਕਰਕੇ ਉਹਨਾਂ ਨੇ ਜਿਹੜੀ ਲੀਗੈਲਿਟੀ ਹੈ, ਜਿਹੜਾ ਲਾ ਸੀਗਾ, ਉਸ ਨੂੰ ਲਿਆ। ਇਸ ਕਰਕੇ ਵਿਵਸਥਾ, ਲਾ ਵਿਵਸਥਾ ਦਾ ਦੂਜਾ ਨਾਮ। ਵਿਵਸਥਾ ਅਸੀਂ ਲਾ ਨੂੰ ਪੰਜਾਬੀ ਚ ਕਹਿੰਦੇ ਹਾਂ। ਸੋ ਵਿਵਸਥਾ ਦੇ ਜਿਹੜਾ ਕਾਨੂੰਨ ਦਾ ਅਨੁਸਾਰ ਜਿਹੜਾ ਸੀਗਾ, ਕੋਈ ਵੀ ਮਾਲਕਣ ਆਪਣੀ ਦਾਸੀ ਤੋਂ ਬੱਚਾ ਪੈਦਾ ਕਰ ਸਕਦੀ ਸੀ ਆਪਣੇ ਪਤੀ ਦੇ ਨਾਲ। ਔਰ ਇਸ ਤਰ੍ਹਾਂ ਉਹਨਾਂ ਨੇ ਇਸ਼ਮਾਇਲ ਲਿਆ, ਲੇਕਿਨ ਉਸ ਦੇ ਨਾਲ ਖਾਨਦਾਨ ਨੂੰ ਇੱਕ ਸਰਾਪ ਵੀ ਮਿਲਿਆ ਕਿ ਹੁਣ ਉਹਨਾਂ ਨੂੰ ਉਸ ਲੀਗਲ, ਉਸ ਜਿਹੜਾ ਹੈਗਾ ਆ ਲੀਗੈਲਿਟੀ ਦੇ ਵਿੱਚ ਦੀ ਹੁਣ ਗੁਜ਼ਰਨਾ। ਸਾਰੀ ਕੌਮ ਦੇ ਲਈ ਉਹਨਾਂ ਨੇ ਇੱਥੇ ਵਿਵਸਥਾ ਵੀ ਲੈ ਆਂਦੀ ਆਪਣੀ ਗਲਤੀ ਦੇ ਨਾਲ। ਇਸ ਕਰਕੇ ਉਹਨਾਂ ਨੂੰ ਮੂਸਾ ਦੀ ਵਿਵਸਥਾ, ਇਹ ਬੰਦਾ ਕਾਰਨ ਸੀ। ਉਸ ਦਾ ਵਿਚਾਰੀ ਦਾ ਕੋਈ ਕਸੂਰ ਨਹੀਂ। ਜੇ ਅਸੀਂ ਕਹੀਏ ਹਾਜਰਾ ਦਾ ਕੋਈ ਕਸੂਰ ਆ, ਉਹਦਾ ਕੋਈ ਕਸੂਰ। ਔਰ ਇਸ ਕਰਕੇ ਜਿਸ ਲਈ ਅਸੀਂ 16ਵੇਂ ਭਾਵ ਦੀ 9ਵੀਂ ਆਇਤ ਨੂੰ ਦੇਖਦੇ ਹਾਂ ਕਿ ਪ੍ਰਭੂ ਦਾ ਵਚਨ ਇਸ ਤਰ੍ਹਾਂ ਕਹਿੰਦਾ, ਪਰ ਸਵਰਗਦੂਤ ਨੇ ਉਸ ਨੂੰ ਕਿਹਾ, ਤੂੰ ਉਸ ਕੋਲ ਵਾਪਸ ਜਾ ਅਤੇ ਉਸ ਦੇ ਅਧੀਨ ਰਹਿ। ਸੋ ਅਧੀਨਤਾ, ਲਾ ਦੀ ਅਧੀਨਤਾ, ਉੱਥੇ ਸਾਰਾ ਉਹ ਚੱਲ ਪਿਆ। ਸ਼ਬਦ ਜਿਹੜੇ ਹੈਗੇ ਨਾ, ਸ਼ਬਦਾਂ ਦੇ ਪਿੱਛੇ ਬੜਾ ਮਤਲਬ ਆ। ਤੂੰ ਉਸ ਦੇ ਅਧੀਨ ਰਹਿ। ਦੇਖ, ਮੈਂ ਤੇਰੀ ਸੰਤਾਨ ਨੂੰ ਇੰਨੀ ਵਧਾਵਾਂਗਾ ਕਿ ਕੋਈ ਉਸ ਦੀ ਗਿਣਤੀ ਨਹੀਂ ਕਰ ਸਕੇਗਾ। ਤੇਰੇ ਇੱਕ ਪੁੱਤਰ ਪੈਦਾ ਹੋਵੇਗਾ, ਤੂੰ ਉਸ ਦਾ ਨਾਂ ਇਸ਼ਮਾਇਲ ਰੱਖਣਾ, ਕਿਉਂਕਿ ਪ੍ਰਭੂ ਨੇ ਦੁੱਖ ਦੀ ਤੇਰੀ ਪੁਕਾਰ ਸੁਣੀ। ਸੋ ਇਸ਼ਮਾਇਲ ਦਾ ਮਤਲਬ ਹੈਗਾ ਕਿ ਜਿਹੜਾ ਹੈਗਾ ਐਲੀਹੋਮ, ਜਿਹੜਾ ਹੈਗਾ ਸ਼ਬਦ, ਉਹ ਜਿਹੜਾ ਸ਼ਬਦ ਪਿੱਛੇ ਆਉਂਦਾ ਹੈਗਾ ਨਾ, ਉਹ ਐਲੀਹੋਮ ਦੇ ਲਈ ਆਉਂਦਾ ਹੈਗਾ ਕਿ ਉਸ ਪ੍ਰਭੂ ਨੇ ਤੇਰੀ ਆਵਾਜ਼ ਨੂੰ, ਤੇਰੀ ਪੁਕਾਰ ਨੂੰ ਸੁਣਿਆ। ਸੋ ਤੇਰੇ ਇੱਕ ਪੁੱਤਰ ਪੈਦਾ ਹੋਵੇਗਾ, ਤੂੰ ਉਸ ਦਾ ਨਾਂ ਇਸ਼ਮਾਇਲ ਰੱਖਣਾ, ਕਿਉਂਕਿ ਪ੍ਰਭੂ ਨੇ ਤੇਰੇ ਦੁੱਖ ਦੀ ਪੁਕਾਰ ਸੁਣੀ ਹੈ। ਤੇਰਾ ਪੁੱਤਰ ਜੰਗਲੀ ਗਧੇ ਦੀ ਤਰ੍ਹਾਂ ਰਹੇਗਾ, ਉਹ ਹਰ ਇੱਕ ਦੇ ਵਿਰੁੱਧ ਉੱਠੇਗਾ। ਉਹ ਹਰ ਇੱਕ ਦੇ ਵਿਰੁੱਧ ਉੱਠੇਗਾ। ਤੁਸੀਂ ਹੁਣ ਅੱਜ ਦੇਖ ਸਕਦੇ, ਹਰ ਇੱਕ ਦੇ ਵਿਰੁੱਧ ਉੱਠੇਗਾ ਅਤੇ ਹਰ ਕੋਈ ਉਸ ਦੇ ਵਿਰੁੱਧ ਉੱਠੇਗਾ। ਸੋ ਅਸੀਂ ਕੀ ਦੇਖਿਆ ਕਿ ਅਸੀਂ ਹੁਣ ਆਪਣੀ ਅੱਖਾਂ ਦੇ ਸਾਹਮਣੇ ਦੇਖ ਕੇ ਹਟੇ ਕਿ ਇਰਾਕ ਦੇ ਵਿੱਚ ਕਿੱਦਾਂ ਸਾਰੇ ਕੰਟਰੀ ਰਲ ਕੇ ਗਏ ਆ। ਉੱਥੇ ਇਰਾਕ ਦੇ ਵਿੱਚ ਅਮਰੀਕਾ ਦੀਆਂ ਫੌਜਾਂ ਗਈਆਂ, ਇੰਗਲੈਂਡ ਦੀਆਂ ਫੌਜਾਂ ਗਈਆਂ, ਈਵਨ ਇੰਡੀਆ ਤੋਂ ਵੀ ਜਿਹੜੇ ਟਰੂਪਸ ਆ ਉੱਥੇ ਗਏ, ਔਰ ਜਰਮਨੀ, ਫਰਾਂਸ, ਸਾਰਿਆਂ ਦੀਆਂ ਫੌਜਾਂ ਉੱਥੇ ਗਈਆਂ। ਏਦਾਂ ਹੀ ਸਾਰਿਆਂ ਦੀਆਂ ਫੌਜਾਂ ਅਸੀਂ ਦੇਖਦੇ ਪਏ ਹਾਂ ਕਿ ਅਫਗਾਨਿਸਤਾਨ ਦੇ ਵਿੱਚ ਗਈਆਂ। ਔਰ ਫਿਰ ਜਿਸ ਲਈ ਆਈਸਿਸ ਦਾ ਚੱਕਰ ਪਿਆ, ਫਿਰ ਸਾਰਿਆਂ ਦੀਆਂ ਫੌਜਾਂ ਉੱਥੇ ਗਈਆਂ। ਉਹ ਇਸ਼ਮਾਇਲ ਦੀ ਸੰਤਾਨ। ਇਸ ਲਈ ਪ੍ਰਭੂ ਇੱਥੇ ਏਦਾਂ ਕਹਿ ਰਿਹਾ, ਕਹਿੰਦਾ ਤੇਰਾ ਪੁੱਤਰ
ਜੰਗਲੀ ਗਧੇ ਦੀ ਤਰ੍ਹਾਂ ਰਹੇਗਾ। ਉਹ ਹਰ ਇੱਕ ਦੇ ਵਿਰੁੱਧ ਉੱਠੇਗਾ ਅਤੇ ਹਰ ਕੋਈ ਉਸਦੇ ਵਿਰੁੱਧ ਉੱਠੇਗਾ। ਉਹ ਆਪਣੇ ਸਭ ਸਾਕ ਸੰਬੰਧੀਆਂ ਤੋਂ ਵੱਖ ਰਹੇਗਾ। ਉਹ ਆਪਣੇ ਸਾਕ ਸੰਬੰਧੀਆਂ ਤੋਂ ਵੱਖ ਰਹੇਗਾ। ਸੋ ਹਾਜਰਾ ਵਾਪਸ ਆਏ, ਆਪਣੀ ਮਾਲਕਣ ਦੇ ਨਾਲ ਉਸੇ ਤਰ੍ਹਾਂ ਰਹੇ ਔਰ ਉਸੇ ਤਰ੍ਹਾਂ ਉਸਨੇ ਜਿੱਦਾਂ ਉਸਨੂੰ ਕਿਹਾ ਗਿਆ ਸੀ ਤੇ ਫਿਰ ਉਸਦੇ ਇੱਕ ਬੇਟਾ ਪੈਦਾ ਹੋਇਆ ਔਰ ਉਸ ਵੇਲੇ ਅਬਰਾਹਮ ਦੀ ਉਮਰ 86 ਸਾਲ ਦੀ ਸੀ, ਜਿਸ ਵੇਲੇ ਉਹਦੇ ਘਰ ਇਸ਼ਮਾਇਲ ਪੈਦਾ ਹੋਇਆ। ਹੁਣ ਅਬਰਾਹਮ ਦੀ ਉਮਰ, ਜਿੱਥੇ ਹੁਣ ਅਸੀਂ ਜਾ ਰਹੇ ਹਾਂ, ਅਬਰਾਹਮ ਦੀ ਉਮਰ ਬੇਸਿਕਲੀ 100 ਸਾਲ ਦੀ ਹੋ ਚੁੱਕੀ ਹੈ। ਇਸ਼ਮਾਇਲ ਇੱਥੇ 14 ਸਾਲ ਦਾ ਹੋ ਚੁੱਕਾ। ਸੋ ਮੇਰੇ ਨਾਲ ਪ੍ਰਭੂ ਦੇ ਵਚਨ ਦੇ ਵਿੱਚ ਆਓ 21ਵਾਂ ਚੈਪਟਰ ਔਰ ਉਸ ਦੀਆਂ ਅਸੀਂ ਪਹਿਲੀਆਂ 8 ਆਇਤਾਂ ਪੜਾਂਗੇ, ਜਿਸ ਨੂੰ ਮਿਲ ਜਾਏ 26 ਪੜਨਾ। ਮੈਂ ਪੜ੍ਹ ਦਿੰਦਾ ਪਾਸਟਰ ਜੀ। ਹਾਂਜੀ, ਗੋ ਇਸਹਾਕ ਦਾ ਜਨਮ। ਪ੍ਰਭੂ ਨੇ ਸਾਰਾ ਨੂੰ ਆਪਣੀ ਪ੍ਰਤਿਗਿਆ ਅਨੁਸਾਰ ਸੀਸ ਦਿੱਤੀ। ਸਾਰਾ ਗਰਭਵਤੀ ਹੋਈ। ਉਸਨੇ ਬੁਢਾਪੇ ਵਿੱਚ ਪਰਮੇਸ਼ਰ ਦੇ ਕਹੇ ਅਨੁਸਾਰ ਅਬਰਾਹਮ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ। ਅਬਰਾਹਮ ਨੇ ਆਪਣੇ ਪੁੱਤਰ ਦਾ ਨਾਂ ਇਸਹਾਕ ਰੱਖਿਆ। ਉਸਨੇ ਆਪਣੇ ਪੁੱਤਰ ਦੀ ਪਰਮੇਸ਼ਰ ਦੀ ਆਗਿਆ ਅਨੁਸਾਰ ਠੀਕ 8 ਦਿਨਾਂ ਦੇ ਪਿੱਛੋਂ ਸੁੰਨਤ ਕੀਤੀ। ਅਬਰਾਹਮ ਆਪਣੇ ਪੁੱਤਰ ਦੇ ਜਨਮ ਸਮੇਂ ਪੂਰੇ 100 ਸਾਲ ਦਾ ਸੀ। ਸਾਰਾ ਨੇ ਕਿਹਾ, ਪਰਮੇਸ਼ਰ ਨੇ ਮੇਰੇ ਲਈ ਖੁਸ਼ੀ ਦਾ ਸੋਮਾ ਖੋਲ ਦਿੱਤਾ ਹੈ। ਜੋ ਵੀ ਸੁਣੇਗਾ ਮੇਰੇ ਨਾਲ ਮਿਲ ਕੇ ਖੁਸ਼ੀ ਕਰੇਗਾ। ਕੌਣ ਕਹਿ ਸਕਦਾ ਸੀ ਕਿ ਸਾਰਾ ਅਬਰਾਹਮ ਦੇ ਲਈ ਬੱਚੇ ਜੰਮੇਗੀ? ਪਰ ਮੈਂ ਫਿਰ ਵੀ ਉਸ ਦੇ ਬੁਢਾਪੇ ਵਿੱਚ ਉਸ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਬਾਲਕ ਵੱਧਦਾ ਗਿਆ, ਉਸ ਦਾ ਦੁੱਧ ਛਡਾਇਆ ਗਿਆ। ਉਸ ਦਾ ਦੁੱਧ ਛਡਾਉਣ ਵਾਲੇ ਦਿਨ ਅਬਰਾਹਮ ਨੇ ਇੱਕ ਵੱਡਾ ਭੋਜ ਦਿੱਤਾ। ਹਾਂਜੀ, ਬਸ ਇੱਥੇ ਤੱਕ। ਸੋ ਅਸੀਂ ਇੱਥੇ ਇਹ ਦੇਖਦੇ ਪਏ ਹਾਂ ਕਿ ਕਿਸ ਤਰ੍ਹਾਂ ਪ੍ਰਭੂ ਨੇ ਉਹਨਾਂ ਨੂੰ ਇੱਕ ਪੁੱਤਰ ਦੀ ਦਾਤ ਦਿੱਤੀ ਔਰ ਇੱਥੇ ਅਬਰਾਹਮ ਦੀ ਉਮਰ ਬੇਸਿਕਲੀ ਪੂਰੀ 100 ਸਾਲ ਦੀ ਹੋ ਚੁੱਕੀ ਹੈ। ਔਰ ਇਸ ਵਕਤ ਦੇ ਵਿੱਚ ਜਿਸਲੇ 90 ਸਾਲ ਦੀ ਉਮਰ ਦੇ ਵਿੱਚ ਸਾਰਾ ਨੇ ਉਸਦੇ ਲਈ ਇੱਕ ਬੱਚੇ ਨੂੰ ਪੈਦਾ ਕੀਤਾ ਤਾਂ ਉਸਨੇ ਪ੍ਰਭੂ ਨੂੰ ਬਰਕਤ ਦਿੱਤੀ ਔਰ ਪ੍ਰਭੂ ਨੂੰ ਬਰਕਤ ਦਿੰਦਿਆਂ ਹੋਇਆਂ ਉਸਨੇ ਕਿਹਾ ਕਿ ਸੱਚਮੁੱਚ ਪ੍ਰਭੂ ਨੇ ਅੱਜ ਮੇਰੇ ਤੇ ਲੱਗੇ ਉਹ ਦਾਗ ਧੋ ਦਿੱਤੇ। ਔਰ ਕੌਣ ਕਹਿ ਸਕਦਾ ਸੀ ਕਿ ਸਾਰਾ ਆਪਣੇ ਅਬਰਾਹਮ ਦੇ ਲਈ ਬੱਚਾ ਪੈਦਾ ਕਰੇਗੀ? ਲੇਕਿਨ ਪ੍ਰਭੂ ਨੇ ਉਸ ਦੀ ਸੁਣੀ ਔਰ ਉਸਨੂੰ ਬਰਕਤ ਦਿੱਤੀ। ਲੇਕਿਨ ਦੂਸਰੇ ਪਾਸੇ ਕਿਉਂਕਿ ਹੁਣ ਜਿਹੜੀ ਇਸ਼ਮਾਇਲ ਦੀ ਬਰਕਤ ਹੀ ਆ ਐਸੀ ਆ ਕਿ ਉਹ ਰਹਿ ਹੀ ਨਹੀਂ ਸਕਦਾ ਕਿਸੇ ਦੇ ਨਾਲ। ਔਰ ਉਹਦੀ ਮਾਂ ਨੂੰ ਵੀ ਹੁਣ ਪਤਾ ਲੱਗ ਗਿਆ ਕਿ ਜਿਹੜਾ ਅਸਲੀ ਵਾਰਸ ਆ ਉਹ ਆ ਗਿਆ। ਮੇਰਾ ਪੁੱਤਰ ਹੁਣ ਵਾਰਸ ਨਹੀਂ ਹੋਏਗਾ, ਮੈਂ ਦਾਸੀ, ਅਸਲੀ ਵਾਰਸ ਆ ਗਿਆ। ਸੋ ਉਹ ਵੀ ਤਾਕ ਦੇ ਵਿੱਚ ਰਹਿਣ ਲੱਗੀ। ਜਿਸ ਤਰ੍ਹਾਂ ਅਸੀਂ ਉੱਥੇ ਦੇਖਿਆ ਕਿ ਉਹ ਖੇਲਦੇ ਪਏ ਆ, ਕੁਸ਼ਤੀ ਲੜਦੇ ਪਏ ਆ, ਉਹ ਬੱਚੇ ਨੂੰ ਆਪਣੀ ਉੱਤੇ ਬਿਠਾ ਕੇ ਦੂਸਰੇ ਦੇ ਨਾਲ ਲੜਦਾ ਪਿਆ। ਅਗਰ ਲਾਠੀ ਉਹ ਬੱਚੇ ਦੇ ਲੱਗ ਜਾਏ ਫਿਰ। ਸੋ ਸਾਰਾ ਇਹ ਸਾਰੀਆਂ ਚੀਜ਼ਾਂ ਨੋਟ ਕਰਦੀ ਪਈ ਆ ਔਰ ਉਸਨੂੰ ਹੁਣ ਪਤਾ ਹੈਗਾ ਕਿ ਇਹ ਇੱਥੇ ਨਹੀਂ ਰਹਿ ਸਕਦਾ। ਸੋ ਹੁਣ ਕੋਈ ਜਾਣਾ ਮੇਰੇ ਨਾਲ 9 ਆਇਤ ਤੋਂ ਲੈ ਕੇ 21 ਆਇਤ ਤੱਕ ਇਸਨੂੰ ਪੜ੍ਹੇ। ਪਾਸਟਰ ਜੀ ਮੈਂ ਪੜ੍ਹ ਦਿੰਦੀ ਹਾਂ। ਹਾਂਜੀ, ਗੁੱਡ। ਇੱਕ ਦਿਨ ਸਾਰਾ ਨੇ ਮਿਸਰੀ ਹਾਜਰਾ ਦੇ ਪੁੱਤਰ ਨੂੰ ਆਪਣੇ ਪੁੱਤਰ ਇਸਹਾਕ ਨਾਲ ਖੇਲਦੇ ਦੇਖਿਆ। ਤਦ ਸਾਰਾ ਨੇ ਅਬਰਾਹਮ ਨੂੰ ਕਿਹਾ, ਇਸ ਗੁਲਾਮ ਔਰਤ ਅਤੇ ਇਸ ਦੇ ਪੁੱਤਰ ਨੂੰ ਘਰੋਂ ਕੱਢ ਦੇ, ਕਿਉਂਕਿ ਇਸ ਗੁਲਾਮ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਦੇ ਨਾਲ ਤੇਰੀ ਜਾਇਦਾਦ ਦਾ ਮਾਲਕ ਨਹੀਂ ਬਣ ਸਕਦਾ। ਅਬਰਾਹਮ ਨੂੰ ਇਹ ਸਭ ਬੁਰਾ ਲੱਗਾ, ਕਿਉਂਕਿ ਇਸ਼ਮਾਇਲ ਵੀ ਉਸ ਦਾ ਆਪਣਾ ਪੁੱਤਰ ਸੀ। ਪਰ ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ, ਤੂੰ ਗੁਲਾਮ ਔਰਤ ਅਤੇ ਉਸ ਦੇ ਪੁੱਤਰ ਦੇ ਕਾਰਨ ਦੁਖੀ ਨਾ ਹੋ, ਸਗੋਂ ਉਹ ਹੀ ਕਰ ਜੋ ਸਾਰਾ ਕਹਿੰਦੀ ਹੈ, ਕਿਉਂਕਿ ਤੇਰੇ ਵੰਸ਼ ਦਾ ਨਾਂ ਇਸਹਾਕ ਤੋਂ ਹੀ ਚੱਲੇਗਾ।
ਪਰ ਮੈਂ ਗੁਲਾਮ ਔਰਤ ਦੇ ਪੁੱਤਰ ਤੋਂ ਵੀ ਇੱਕ ਵੱਡੀ, ਕਿਉਂਕਿ ਉਹ ਵੀ ਤੇਰਾ ਹੀ ਪੁੱਤਰ ਹੈ। ਇਸ ਲਈ ਅਬਰਾਹਮ ਨੇ ਅਗਲੀ ਸਵੇਰ ਹੀ ਕੁਝ ਰੋਟੀ ਅਤੇ ਪਾਣੀ ਦੀ ਮਸ਼ਕ ਲੈ ਕੇ ਹਾਜਰਾ ਨੂੰ ਦੇ ਦਿੱਤੇ ਅਤੇ ਉਸ ਨੂੰ ਉਸ ਦੇ ਪੁੱਤਰ ਸਮੇਤ ਘੱਲ ਦਿੱਤਾ। ਸੋ ਉਹ ਉਸ ਦੇ ਘਰੋਂ ਚਲੀ ਗਈ ਅਤੇ ਬੇਰਸਬਾ ਦੀ ਉਜਾੜ ਵਿੱਚ ਭਟਕਦੀ ਰਹੀ। ਜਦੋਂ ਮਸ਼ਕ ਦਾ ਪਾਣੀ ਮੁੱਕ ਗਿਆ ਤਾਂ ਉਸ ਨੇ ਬੱਚੇ ਨੂੰ ਇੱਕ ਝਾੜੀ ਦੇ ਥੱਲੇ ਲਿਟਾ ਦਿੱਤਾ ਅਤੇ ਉਹ ਆਪ ਜਾ ਕੇ ਕੁਝ ਦੂਰੀ ਤੇ ਬੈਠ ਗਈ। ਉਹ ਬੋਲੀ, ਮੈਂ ਆਪਣੇ ਬੱਚੇ ਨੂੰ ਮਰਦਿਆਂ ਨਹੀਂ ਦੇਖ ਸਕਦੀ ਹਾਂ। ਤਦ ਉਹ ਬੱਚਾ ਉੱਚੀ ਆਵਾਜ਼ ਨਾਲ ਰੋਣ ਲੱਗਾ। ਪਰਮੇਸ਼ਰ ਨੇ ਉਸ ਬੱਚੇ ਦੀ ਰੋਣ ਦੀ ਆਵਾਜ਼ ਸੁਣੀ ਅਤੇ ਉਸ ਦੇ ਇੱਕ ਸਵਰਗਦੂਤ ਨੇ ਸਵਰਗ ਤੋਂ ਪੁਕਾਰ ਕੇ ਹਾਜਰਾ ਨੂੰ ਕਿਹਾ, ਹਾਜਰਾ ਨਾ ਡਰ, ਪਰਮੇਸ਼ਰ ਨੇ ਤੇਰੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਹੈ। ਤੂੰ ਹੁਣ ਉੱਠ ਅਤੇ ਆਪਣੇ ਬੱਚੇ ਨੂੰ ਗੋਦ ਵਿੱਚ ਲੈ, ਕਿਉਂਕਿ ਮੈਂ ਉਸ ਤੋਂ ਇੱਕ ਬਹੁਤ ਵੱਡੀ ਕੌਮ ਪੈਦਾ ਕਰਾਂਗਾ। ਤਦ ਪਰਮੇਸ਼ਰ ਨੇ ਹਾਜਰਾ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਸ ਨੂੰ ਇੱਕ ਪਾਣੀ ਦਾ ਖੂਹ ਦਿਖਾਈ ਦਿੱਤਾ। ਉਸ ਨੇ ਉਸ ਖੂਹ ਤੋਂ ਆਪਣੀ ਮਸ਼ਕ ਭਰੀ ਅਤੇ ਬੱਚੇ ਨੂੰ ਵੀ ਪਾਣੀ ਪਿਲਾਇਆ। ਪਰਮੇਸ਼ਰ ਉਸ ਬੱਚੇ ਦੇ ਨਾਲ ਸੀ। ਉਹ ਵੱਧਦਾ ਫੁੱਲਦਾ ਗਿਆ, ਵੱਡਾ ਹੋ ਕੇ ਕਿ ਉਹ ਇੱਕ ਚੰਗਾ ਤੀਰ ਕਮਾਨ ਚਲਾਉਣ ਵਾਲਾ ਨਿਕਲਿਆ। ਉਹ ਪਾਰਾਨ ਦੇ ਉਜਾੜ ਇਲਾਕੇ ਵਿੱਚ ਰਹਿੰਦਾ ਸੀ ਅਤੇ ਉਸ ਦੀ ਮਾਂ ਨੇ ਉਸ ਦਾ ਵਿਆਹ ਇੱਕ ਮਿਸਰੀ ਕੁੜੀ ਨਾਲ ਕਰ ਦਿੱਤਾ। ਆਮੀਨ। ਮਿਸਰੀ ਕੁੜੀ ਦੇ ਨਾਲ ਕਰ ਦਿੱਤਾ, ਕਿਉਂਕਿ ਉਹ ਆਪ ਵੀ ਮਿਸਰ ਤੋਂ ਸੀਗੀ। ਔਰ ਸਾਨੂੰ ਪਤਾ ਕਿ ਜਿਹੜਾ ਮਿਸਰ ਆ ਉਹ ਗੁਲਾਮੀ ਦਾ ਚਿੰਨ੍ਹ। ਪ੍ਰਭੂ ਦੇ ਲੋਕ ਮਿਸਰ ਦੇ ਵਿੱਚ ਹੀ 400 ਸਾਲ ਗੁਲਾਮ ਰਹੇ ਸੀ ਔਰ ਉਹਨਾਂ ਨੂੰ ਉਸ ਗੁਲਾਮੀ ਦੇ ਵਿੱਚੋਂ ਜਿਹੜਾ ਸੀ ਉਹ ਮੂਸਾ ਕੱਢ ਕੇ ਲਿਆਇਆ ਸੀ। ਔਰ ਰਸਤੇ ਦੇ ਵਿੱਚ ਜਿਹੜਾ ਉਸ ਨੂੰ ਨੇਮ ਦਿੱਤਾ ਗਿਆ, ਉਹ ਜਾਣੀ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਉਹਨਾਂ ਨੂੰ ਵਿਵਸਥਾ ਦਿੱਤੀ ਗਈ, ਉਹ ਸਾਰਾ ਇਹਨਾਂ ਚੀਜ਼ਾਂ ਦਾ ਜੋ ਇੱਥੇ ਹੋਇਆ, ਉਸ ਚੀਜ਼ ਦੇ ਕਰਕੇ ਉਹਨਾਂ ਨੂੰ ਦੁਆਰਾ ਜਿਹੜਾ ਹੈਗਾ ਉਹ ਪ੍ਰਭੂ ਨੇ ਉੱਥੇ ਰਿਲੇਸ਼ਨ ਨਹੀਂ ਦਿੱਤਾ, ਪਰ ਵਿਵਸਥਾ ਦਿੱਤੀ, ਧਰਮ ਦਿੱਤਾ, ਰਿਲੀਜਨ ਦਿੱਤਾ, ਰਿਲੇਸ਼ਨ ਨਹੀਂ ਦਿੱਤਾ। ਔਰ ਇਸ ਕਰਕੇ ਉਹਨਾਂ ਨੂੰ ਵਿਵਸਥਾ ਮਿਲੀ। ਔਰ ਇਸ ਕਰਕੇ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ ਤੇ ਅਸੀਂ ਜਿੱਥੇ ਪੜ੍ਹ ਕੇ ਹਟੇ ਹਾਂ, ਉੱਥੇ ਸਾਨੂੰ ਇਹ ਦੱਸਿਆ ਗਿਆ ਕਿ ਜਿਹੜੀ ਹਾਜਰਾ ਆ ਉਹ ਵਿਵਸਥਾ ਦਾ ਰੂਪ, ਕਿਉਂਕਿ ਉਸ ਤੋਂ ਦਾਸਤਾ ਪੈਦਾ, ਉਹ ਮਿਸਰ ਤੋਂ ਸੀਗੀ। ਮਿਸਰ ਦੇ ਵਿੱਚ ਹੀ ਪ੍ਰਭੂ ਦੇ ਲੋਕ ਜਿਹੜੇ ਸੀਗੇ ਉਹ ਉੱਥੇ ਦਾਸ ਸੀ। ਔਰ ਜਿਸ ਵੇਲੇ ਪ੍ਰਭੂ ਉਹਨਾਂ ਨੂੰ ਮਨੁੱਖ ਦੀ ਦਾਸਤਾ ਦੇ ਵਿੱਚੋਂ ਕੱਢਿਆ ਤੇ ਇੱਕ ਦਾਸਤਾ ਉਹਨਾਂ ਦੇ ਉੱਤੇ ਹੋਰ ਆਉਣੀ ਸੀ, ਉਹ ਸੀ ਨੇਮ ਦੀ, ਜਿਹੜਾ ਪ੍ਰਭੂ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਧਰਮ ਦਿੱਤਾ, ਜਿਹੜਾ ਉਹਨਾਂ ਨੂੰ ਵਿਵਸਥਾ ਦਿੱਤੀ। ਔਰ ਵਿਵਸਥਾ ਲੈ ਕੇ, ਵਿਵਸਥਾ ਜਿਹੜੀ ਸਾਰੇ ਦੀ ਸਾਰੀ ਆ, ਔਰ ਈਵਨ ਜਿਹੜਾ ਧਰਤੀ ਦਾ ਜਿਹੜਾ ਜਰੂਸਲਮ ਆ, ਉਹ ਸਾਰੇ ਦਾ ਸਾਰਾ ਉਸ ਚੀਜ਼ ਦੀ ਨਿਸ਼ਾਨੀ ਆ, ਉਸ ਦਾਸਤਾ ਦੀ ਨਿਸ਼ਾਨੀ। ਔਰ ਜਿਸ ਤਰ੍ਹਾਂ ਜਿਸ ਲਈ ਅਸਲੀ ਪੁੱਤਰ ਆ ਗਿਆ, ਜਿਸ ਲਈ ਇਸਹਾਕ ਆ ਗਿਆ, ਤੇ ਉਹਨਾਂ ਨੇ ਦਾਸੀ ਨੂੰ ਉਹਦੇ ਪੁੱਤਰ ਸਮੇਤ ਜਾ ਲੈਣ ਦਿੱਤਾ। ਇਸੇ ਤਰ੍ਹਾਂ ਜਿਸ ਲਈ ਅਸਲੀ ਵਾਅਦੇ ਦਾ ਪੁੱਤਰ ਆਇਆ ਤਾਂ ਉਸ ਨੂੰ ਵੀ ਦਾਸਤਾ ਨੂੰ ਜਿਹੜੀ ਸੀਗੀ, ਜਿਹੜੀ ਸਾਡੇ ਕੋਲ ਉਸ ਰਿਲੀਜਨ ਦੀ ਵਿਵਸਥਾ ਦੀ ਦਾਸਤਾ ਸੀਗੀ, ਪ੍ਰਭੂ ਨੇ ਉਸ ਨੂੰ ਜਾ ਲੈਣ ਦਿੱਤਾ। ਪ੍ਰਭੂ ਨੇ ਉਸ ਨੂੰ ਜਾ ਲੈਣ ਦਿੱਤਾ। ਸਾਰਾ ਤੋਂ ਜਿਹੜਾ ਪੈਦਾ ਹੋਇਆ ਸੀ ਉਹ ਸਾਨੂੰ ਨਿਸ਼ਾਨੀ ਦੱਸੀ ਗਈ, ਕਿਉਂਕਿ ਉਹ ਅਸਲੀ ਸੀ, ਉਹ ਵਾਅਦੇ ਦਾ ਪੁੱਤਰ ਸੀ ਜਿਹੜਾ ਉਸ ਨੂੰ ਮਿਲਣਾ ਸੀ। ਔਰ ਜਿਹੜਾ ਉਸ ਸਾਰੇ ਕਬੀਲੇ ਦੇ ਵਿੱਚੋਂ ਜਿਹੜਾ ਅਸਲੀ ਵਾਅਦੇ ਦਾ ਜਿਹੜਾ ਪੁੱਤਰ ਸੀਗਾ, ਜਿਹੜਾ ਸਵਰਗੀ ਤੌਰ ਤੇ ਦੋ ਚੀਜ਼ਾਂ ਚੱਲ ਰਹੀਆਂ, ਇੱਕ ਧਰਤੀ ਤੇ ਚੱਲ ਰਹੀ ਹੈ, ਇੱਕ ਸਵਰਗ ਦੇ ਵਿੱਚ ਚੱਲ ਰਹੀ ਹੈ। ਧਰਤੀ ਤੇ ਜਿਹੜਾ ਵਾਅਦੇ ਦਾ ਪੁੱਤਰ ਮਿਲਿਆ ਉਹ ਇਸਹਾਕ ਮਿਲਿਆ। ਇਸਹਾਕ ਤੋਂ ਫਿਰ ਅਸੀਂ ਦੇਖਿਆ ਕਿ ਉਸਦਾ ਜਿਹੜੇ ਉਸਦੇ ਗਾਂ ਦੋ ਪੁੱਤਰ ਸੀ, ਔਰ ਉਸਥੋਂ ਈਸਾਓ ਨੂੰ ਨਹੀਂ ਮਿਲਿਆ, ਜੇਕਬ ਨੂੰ ਮਿਲਿਆ।
ਔਰ ਜੇਕਬ ਤੋਂ ਸਾਡੇ ਕੋਲ 12 ਕਬੀਲੇ ਆ, ਔਰ 12 ਕਬੀਲਿਆਂ ਤੋਂ ਸਾਡੇ ਕੋਲ ਇੱਕ ਕੌਮ, ਇੱਕ ਘਰਾਨਾ ਹੈ। ਔਰ ਉਹ ਸਾਰੇ ਘਰਾਨੇ ਨੂੰ ਪ੍ਰਭੂ ਫਿਰ ਲੈ ਕੇ ਗਿਆ ਮਿਸਰ ਦੇ ਵਿੱਚ। ਉੱਥੇ ਉਹਨਾਂ ਨੇ 400 ਸਾਲ ਦੀ ਗੁਲਾਮੀ ਦੇ ਵਿੱਚ ਪ੍ਰਭੂ ਨੇ ਉਹਨਾਂ ਨੂੰ ਰਾਜੇ ਦੇ ਦੁਆਰਾ ਇਕੱਠੇ ਰੱਖਿਆ, ਕਿਸੇ ਨੂੰ ਦੌੜਨ ਨਹੀਂ ਦਿੱਤਾ ਕਿਸੇ ਪਾਸੇ। ਔਰ ਉਹ ਉਸ ਡੰਡੇ ਦੇ ਵਿੱਚ ਵੱਧਦੇ ਗਏ, ਉਹਨਾਂ ਦੀ ਜਿਹੜੀ ਗਿਣਤੀ ਸੀ ਉਹ ਵੱਧ ਗਈ, ਔਰ ਇੱਕ ਕੌਮ ਬਣ ਗਈ, ਵੱਡੀ ਕੌਮ ਬਣ ਗਈ। ਪ੍ਰਭੂ ਨੇ ਮੂਸਾ ਨੂੰ ਲਿਆਇਆ, ਉਹਨਾਂ ਨੂੰ ਉੱਥੋਂ ਕੱਢ ਕੇ ਲੈ ਕੇ ਗਿਆ, ਔਰ ਜਾ ਕੇ ਉਹਨਾਂ ਨੂੰ ਉਹ ਦੇਸ਼ ਦਿੱਤਾ ਜਿਹੜਾ ਪ੍ਰਭੂ ਨੇ ਪ੍ਰੋਮਿਸ ਕੀਤਾ ਸੀ ਅਬਰਾਹਮ। ਔਰ ਉੱਥੇ ਯਰੂਸ਼ਲਮ ਬਣਿਆ, ਉੱਥੇ ਸਾਰਾ ਕੁਝ ਹੋਇਆ। ਲੇਕਿਨ ਉਹ ਸਭ ਕੁਝ ਧਰਤੀ ਦਾ ਹੈ, ਉਹ ਸਭ ਕੁਝ ਧਰਤੀ ਦਾ ਹੈ। ਔਰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਪੜ੍ਹਦੇ ਹਾਂ ਕਿ ਜਿਹੜਾ ਅਸਲੀ ਯਰੂਸ਼ਲਮ ਉਹ ਸਵਰਗ ਦੇ ਵਿੱਚ, ਜਿਸ ਦਾ ਵਾਅਦਾ ਉਹਨਾਂ ਨੂੰ ਦਿੱਤਾ ਗਿਆ ਜਿਹੜੇ ਉਸ ਅਸਲੀ ਸੰਤਾਨ ਜਿਹੜੀ ਸਵਰਗ ਤੋਂ, ਜਿਹਦਾ ਰਿਸ਼ਤਾ ਸਵਰਗ ਦੇ ਨਾਲ, ਜਿਹੜੀ ਉਹ ਤੋਂ ਪੈਦਾ। ਸੋ ਇੱਕ ਕੰਮ ਗਲਤੀ ਹਵਾ ਦੇ ਕੋਲੋਂ ਹੋਈ ਸੀ, ਦੂਜੀ ਸਾਰਾ ਦੇ ਕੋਲੋਂ ਹੋਈ। ਪਰ ਮਰੀਅਮ ਦੇ ਰਾਹੀਂ ਪ੍ਰਭੂ ਨੇ ਉਹਨਾਂ ਦਾ ਉਹ ਜਿਹੜਾ ਸੀਗਾ, ਜਿਹੜਾ ਔਰਤ ਜਾਤ ਤੇ ਜਿਹੜਾ ਧੱਬਾ ਲੱਗਾ ਸੀ, ਉਸ ਨੂੰ ਧੋ ਦਿੱਤਾ। ਉਸ ਦੇ ਨਾਲ ਜਿਸਲੇ ਮਰੀਅਮ ਨੂੰ ਪ੍ਰਭੂ ਨੇ ਬਰਕਤ ਦਿੱਤੀ ਆ, ਤਾਂ ਉਸ ਬਰਕਤ ਦੇ ਵਿੱਚੋਂ ਸਾਨੂੰ ਯਿਸੂ ਮਿਲਿਆ। ਔਰ ਯਿਸੂ ਜਿਹੜਾ ਸੀਗਾ ਉਹ ਸਾਡਾ ਅਸਲੀ ਨੇਮ, ਜਿਹੜਾ ਪ੍ਰਭੂ ਨੇ ਸਾਡੇ ਨਾਲ ਬੰਨਿਆ, ਰਿਸ਼ਤੇ ਦਾ ਜਿਹੜਾ ਨੇਮ ਬੰਨਿਆ ਆ। ਔਰ ਜਿਹੜਾ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਬਾਰ-ਬਾਰ ਜਾ ਕੇ ਇੱਕ ਚੀਜ਼ ਦੇਖਦੇ ਪਏ ਹਾਂ ਕਿ ਅਸੀਂ ਉਸਦੀ ਸੰਤਾਨ ਕੌਣ, ਅਸੀਂ ਉਸਨੂੰ ਅੱਬਾ, ਅਸੀਂ ਉਸਨੂੰ ਬਾਪ ਕਹਿੰਦੇ ਹਾਂ। ਮਸੀਹ ਦੇ ਰਾਹੀਂ, ਅਸਲੀ ਨੇਮ ਦੇ ਰਾਹੀਂ ਉਹ ਸਾਡਾ ਬਾਪ, ਪਰਮੇਸ਼ਵਰ ਸਾਡਾ ਬਾਪ। ਔਰ ਇਸ ਕਰਕੇ ਮੇਰੇ ਨਾਲ ਵਾਪਸ ਆਓ ਥੇ, ਆਓ ਦੁਬਾਰਾ ਦੇਖਦੇ ਹਾਂ। ਇਸ ਕਰਕੇ ਉਹ ਕਹਿ ਰਿਹਾ ਜਿੱਦਾਂ ਅਸਲੀ, ਜਿਸ ਤਰ੍ਹਾਂ ਕਿ ਉਸ ਨੂੰ ਜਾਣਾ ਪਿਆ, ਹਾਜਰਾ ਨੂੰ ਆਪਣੇ ਪੁੱਤਰ ਇਸ਼ਮਾਇਲ ਦੇ ਨਾਲ ਜਾਣਾ ਪਿਆ, ਲੇਕਿਨ ਇਹ ਨਹੀਂ ਹੈਗੀ ਕਿ ਉਹਦੀ ਪ੍ਰਭੂ ਨੇ ਉਸ ਨੂੰ ਬਰਕਤ ਨਹੀਂ ਦਿੱਤੀ। ਬਰਕਤ ਦਾ ਉਹ ਹਿੱਸਾ ਜਿੰਨਾ ਸਾਰਾ ਨੇ ਉਹਨੂੰ ਦੇ ਦਿੱਤਾ, ਉਹ ਤਾਂ ਮਿਲ ਗਿਆ, ਉਹ ਤਾਂ ਮਿਲ ਗਿਆ। Just think about ਕਿ ਜੇ ਅੱਜ ਸਾਰਾ ਉਹ ਇਲਾਕਾ ਸਾਊਦੀ ਅਰਬ ਤੋਂ ਲੈ ਕੇ ਔਰ ਬੇਸਿਕਲੀ ਇਥੋਪੀਆ ਤੱਕ, ਔਰ ਉਹਦੇ ਵਿੱਚ ਸਾਰੇ ਜਿਹੜੇ ਹੈਗੇ ਆ ਇਹ ਕੰਟਰੀ ਆ ਜਾਂਦੇ ਜਿੰਨੇ ਇਸਲਾਮਿਕ ਕੰਟਰੀ, ਔਰ ਉਧਰੋਂ ਪਾਕਿਸਤਾਨ ਤੱਕ, ਜੇ ਇਹ ਸਾਰੇ ਅੱਜ ਇਬਰਾਨੀ ਲੋਕ, ਅੱਜ ਅਗਰ ਅਸੀਂ ਦੇਖੀਏ ਤਾਂ ਯਹੂਦੀਆਂ ਕੋਲ ਤਾਂ ਛੋਟਾ ਜਿਹਾ ਇਜ਼ਰਾਈਲ ਹੀ ਆ। ਜੇ ਅੱਜ ਇਹ ਸਾਰਾ ਕੁਛ ਇਬਰਾਨੀਆਂ ਦੇ ਕੋਲ ਹੁੰਦਾ, ਸੇ ਕਿੱਡੀ ਵੱਡੀ ਬਰਕਤ ਉਸਨੇ ਦੇਤੀ ਉਹਨੂੰ। ਔਰ ਉਸਦੇ ਨਾਲ ਇੱਕ ਸਜ਼ਾ ਵੀ ਸਿਰ ਦੇ ਉੱਤੇ ਪਾਤੀ ਕਿ ਹੁਣ ਲਾ ਮਿਲਣਾ ਸੀ, ਕਿਉਂਕਿ ਲੀਗੈਲਿਟੀ ਦੇ ਨਾਲ ਉਸਨੇ ਉਹਨਾਂ ਨੂੰ, ਅਬਰਾਹਮ ਨੂੰ ਇੱਕ ਪੁੱਤਰ ਦਿੱਤਾ, ਔਰ ਉਸ ਉਸੇ ਹੁਣ ਲੀਗਲ ਸਿਸਟਮ ਦੇ ਵਿੱਚ ਉਹਦੀ ਆਪਣੀ ਔਲਾਦ ਨੂੰ ਵੀ ਰਹਿਣਾ ਪੈਣਾ ਸੀ। ਸੋ ਅਸੀਂ ਦੂਸਰੀ ਚੀਜ਼ ਜਿਹੜੀ ਉੱਥੇ ਹੁੰਦੀ ਦੇਖਦੇ ਹਾਂ, ਜਿਸ ਵੇਲੇ ਇਸਹਾਕ ਦਾ ਜਨਮ ਹੋਇਆ ਤਾਂ ਉਸ ਵੇਲੇ ਦੋ ਰਸਤੇ ਉਸੇ ਵੇਲੇ ਬਣ ਗਏ। ਉਸਨੇ ਕਿਹਾ ਕਿ ਤੂੰ ਇਸ ਔਰਤ ਨੂੰ ਘੱਲ ਦੇ। ਕੀ ਦਿੱਤਾ ਉਸਨੂੰ ਜਾਣ ਲੱਗੇ ਨਹੀਂ, ਜਿਸ ਲਈ ਉਹ ਗਈ ਆ। ਅਬਰਾਹਮ ਨੇ ਕੁਛ ਵੀ ਨਹੀਂ ਦਿੱਤਾ, ਰੋਟੀ ਪਾਣੀ ਉਹਨੂੰ ਬੰਨ ਦਿੱਤਾ ਤੇ ਤੂੰ ਜਾ ਪੁੱਤਰ ਨੂੰ ਲੈ, ਪਰਮੇਸ਼ਰ ਤੇਰੇ ਨਾਲ ਜਾ।
ਕੀ ਉਹਦਾ ਕੋਈ ਕਸੂਰ ਹੈ? ਨੋ, ਕੋਈ ਕਸੂਰ ਨਹੀਂ। ਪਰ ਪ੍ਰਭੂ ਉਸ ਨੂੰ ਇੱਕ ਵੱਖਰੀ ਬਰਕਤ ਦੇਣੀ ਮੰਗਦਾ ਹੈ। ਇੱਥੋਂ ਅਸੀਂ ਇਹ ਦੇਖ ਸਕਦੇ ਹਾਂ ਕਿ ਜਿੰਨੇ ਵੀ ਧਰਮ ਸਾਡੇ ਆਲੇ ਦੁਆਲੇ ਆ, ਉਹਨਾਂ ਸਾਰਿਆਂ ਦੇ ਵਿੱਚ ਪ੍ਰਭੂ ਦਾ ਹੱਥ ਹੈ। ਲੇਕਿਨ ਉਹਨਾਂ ਸਾਰਿਆਂ ਦੇ ਵਿੱਚ ਇੱਕ ਪ੍ਰਭੂ ਨੇ ਚਾਹਤ ਵੀ ਪਾਈ, ਇੱਕ ਖਾਲੀਪਨ ਵੀ ਪਾਇਆ, ਔਰ ਉਹ ਹੈ ਮੁਕਤੀ। ਉਹ ਹੈ ਪਵਿੱਤਰ ਆਤਮਾ। ਸਾਰਿਆਂ ਦੇ ਵਿੱਚ ਮਿੱਥ ਆ, ਸਾਰਿਆਂ ਦੇ ਵਿੱਚ ਇੱਕ ਡਰ ਆ, ਸਾਰਿਆਂ ਦੇ ਵਿੱਚ ਸਾਰੇ ਜਾਣਦੇ ਆ। ਵੱਖਰਾ ਵੱਖਰਾ ਨਾਮ ਦਿੱਤਾ ਹੈ, ਕਿਸੇ ਨੇ ਸ਼ੈਤਾਨ ਦਾ ਨਾਮ ਦਿੱਤਾ ਤੇ ਕਿਸੇ ਨੇ ਕਾਲ ਦਾ ਨਾਮ ਦਿੱਤਾ ਹੈ ਤੇ ਕਿਸੇ ਨੇ ਕੁਛ ਦਿੱਤਾ ਹੈ। ਸਾਰਿਆਂ ਦੇ ਵਿੱਚ ਬੁਰਾਈ ਆ। ਸਭ ਉਸ ਪ੍ਰਭੂ ਦੀ ਰਹਿਮ ਨੂੰ ਲੱਭਦੇ ਫਿਰਦੇ ਆ। ਸਭ ਦੇ ਅੰਦਰ ਪ੍ਰਭੂ ਨੇ ਕੋਈ ਮੁਕਤੀ ਦੀ ਚਾਹਤ ਪਾਈ ਹੋਈ। ਸਭ ਉਸ ਪ੍ਰਭੂ ਨੂੰ ਲੱਭਦੇ ਪਏ ਆ, ਸਭ ਉਸ ਗੁਰੂ ਨੂੰ ਲੱਭਦੇ ਪਏ ਆ ਜਿਸ ਦੇ ਰਾਹੀਂ ਨਾਮ ਮਿਲੇਗਾ। ਉਸ ਨਾਮ ਜਪਣ ਦੇ ਨਾਲ ਰਸਤਾ ਦਿਖਾਈ ਦੇਗਾ। ਉਸ ਰਸਤੇ ਤੇ ਚੱਲਣ ਦੇ ਨਾਲ ਪਰਮੇਸ਼ਰ ਦਾ ਘਰ ਨਸੀਬ ਹੋਊਗਾ। ਸਭ ਇਸ ਦੀ ਖੋਜ ਦੇ ਵਿੱਚ। ਪਰ ਇਸ ਦੇ ਨਾਲ ਨਾਲ ਪ੍ਰਭੂ ਨੇ ਮਨਾਂ ਨੂੰ ਵੀ ਸਖਤ ਕੀਤਾ ਹੈ। ਪ੍ਰਭੂ ਨੇ ਜਿਸ ਵੇਲੇ ਅਸੀਂ ਦੇਖਦੇ ਹੈਗੇ ਆ ਕਿ ਹਾਜਰਾ ਵੱਖਰੀ ਹੋ ਗਈ ਤੇ ਸਾਰਾ ਦਾ ਜਿਹੜਾ ਕੁਣਬਾ ਦੂਜੇ ਪਾਸੇ ਨੂੰ ਹੋ ਗਿਆ, ਉਹਨਾਂ ਨੂੰ ਵੀ ਲਾ ਦੇ ਅਧੀਨ ਰਹਿਣਾ ਪਿਆ ਕਿਉਂਕਿ ਇੱਕ ਸਜ਼ਾ ਸੀ ਇਹ। ਔਰ ਫਿਰ ਜਿਸ ਵੇਲੇ ਮੁਕਤੀ ਦਾਤਾ ਆਇਆ, ਹੁਣ ਅਸੀਂ ਸਾਰਾ ਦਾ ਤੇ ਹਵਾ ਦਾ ਜਿਹੜਾ ਰੂਪ ਉਹ ਮਰੀਮ ਚ ਦੇਖ ਸਕਦੇ ਹਾਂ, ਜਿਸ ਨੇ ਆਗਿਆਕਾਰੀ ਕੀਤੀ। ਸਾਰਾ ਨੇ ਅਵਗਿਆਕਾਰੀ ਕੀਤੀ, ਇਸੇ ਤਰ੍ਹਾਂ ਹਵਾ ਨੇ ਅਵਗਿਆਕਾਰੀ ਕੀਤੀ। ਲੇਕਿਨ ਦੇਖੋ ਮਰੀਮ ਨੇ ਕੀ ਕਿਹਾ। ਮੇਰੇ ਨਾਲ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਨਵੇਂ ਨਿਯਮ ਦੇ ਵਿੱਚ ਹੁਣ ਜਾਵਾਂਗੇ, ਮੱਤੀ ਦੇ ਵਿੱਚ। ਮੱਤੀ ਦੇ ਪਹਿਲੇ ਭਾਗ ਦੇ ਵਿੱਚ ਆ ਜਾਂਦੇ। ਅਸੀਂ ਮੱਤੀ ਚੋਂ ਪੜਾਂਗੇ, ਇੱਕ ਹਿੱਸਾ ਅਸੀਂ ਲੂਕ ਚੋਂ ਪੜਾਂਗੇ। पेज नंबर कितना है? हाँ जी, पेज नंबर 2 मैम, नवे नियम चो। हाँ जी, कोई जाना इस दी 18 आयत तो लैके पहला भाव 18 आयत तो लैके असी इस दी 25 आयत तक पढ़ांगे। मैं पढ़ दिया जी। हाँ जी, हाँ जी। प्रभु यीशु का जन्म पेज हैगा 2 नवे नेम ਦਾ। ਯीशु ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ। ਉਹਨਾਂ ਦੀ ਮਾਤਾ ਮਰੀਅਮ ਦੀ ਮੰਗਣੀ ਯੂਸਫ ਨਾਲ ਹੋਈ ਸੀ, ਪਰ ਮਰੀਅਮ ਅਤੇ ਯੂਸਫ ਦੇ ਵਿਆਹ ਤੋਂ ਪਹਿਲਾਂ ਹੀ ਮਰੀਅਮ ਨੇ ਆਪਣੇ ਆਪ ਨੂੰ ਪਵਿੱਤਰ ਆਤਮਾ ਦੁਆਰਾ ਗਰਭਵਤੀ ਹੋਇਆ ਅਨੁਭਵ ਕੀਤਾ। ਯੂਸਫ ਜਿਸ ਨਾਲ ਉਸ ਦੀ ਮੰਗਣੀ ਹੋਣੀ ਸੀ, ਇੱਕ ਇਨਸਾਨ ਪਸੰਦ ਆਦਮੀ ਸੀ। ਉਹ ਮਰੀਅਮ ਨੂੰ ਖੁੱਲ੍ਹੇਆਮ ਬੇਇੱਜ਼ਤ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਚੁੱਪਚਾਪ ਮੰਗਣੀ ਤੋੜਨ ਦਾ ਵਿਚਾਰ ਕੀਤਾ। ਪਰ ਅਜੇ ਉਹ ਇਸ ਮਾਮਲੇ ਬਾਰੇ ਸੋਚ ਵਿਚਾਰ ਹੀ ਕਰ ਰਿਹਾ ਸੀ ਕਿ ਪ੍ਰਭੂ ਦੇ ਇੱਕ ਸਵਰਗਦੂਤ ਨੇ ਉਸ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ, ਯੂਸਫ ਦਾਊਦ ਦੀ ਸੰਤਾਨ ਮਰੀਅਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ, ਕਿਉਂਕਿ ਜੋ ਕੁਝ ਉਸ ਦੀ ਗਰਭ ਵਿੱਚ ਹੈ ਉਹ ਪਵਿੱਤਰ ਆਤਮਾ ਵੱਲੋਂ ਹੈ। ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ, ਤੂੰ ਉਸ ਦਾ ਨਾਂ ਯੀਸ਼ੂ ਰੱਖਣਾ, ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਏਗਾ। ਇਹ ਸਭ ਇਸ ਲਈ ਹੋਇਆ
ਕਿ ਪ੍ਰਭੂ ਦੇ ਨਬੀ ਦੇ ਦੁਆਰਾ ਕਿਹਾ ਹੋਇਆ ਬਚਨ ਪੂਰਾ ਹੋਵੇ। ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ। ਉਸ ਦਾ ਨਾਂ ਇਮਾਨੂਅਲ ਰੱਖਿਆ ਜਾਵੇ, ਜਿਸ ਦਾ ਅਰਥ ਹੈ ਪਰਮੇਸ਼ਰ ਸਾਡੇ ਨਾਲ ਹੈ। Amen. ਸੋ ਹੁਣ ਅਗਰ ਅਸੀਂ ਇੱਥੇ, ਹਾਂਜੀ ਗੋ ਹੈਡ, ਕੋਈ ਨਹੀਂ, ਪੜ੍ਹ ਦਿਓ, 24-25 ਵੀ ਪੜ੍ਹ ਦਿਓ। ਸੋ ਜਦੋਂ ਯੂਸਫ ਨੀਂਦ ਤੋਂ ਜਾਗਿਆ ਤਾਂ ਉਸਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਸਵਰਗਦੂਤ ਨੇ ਉਸ ਨੂੰ ਦੱਸਿਆ ਸੀ, ਅਤੇ ਮਰੀਮ ਨਾਲ ਵਿਆਹ ਕਰ ਲਿਆ। ਉਸਨੇ ਉਸ ਸਮੇਂ ਤੱਕ, ਜਦੋਂ ਤੱਕ ਕਿ ਮਰੀਮ ਨੇ ਪੁੱਤਰ ਨੂੰ ਜਨਮ ਨਾ ਦਿੱਤਾ, ਉਸ ਨਾਲ ਸੰਗ ਨਾ ਕੀਤਾ। ਉਸਨੇ ਪੁੱਤਰ ਦਾ ਨਾਂ ਯਿਸੂ ਰੱਖਿਆ। Amen. ਸੋ ਜਿਸ ਵੇਲੇ ਅਸੀਂ ਪ੍ਰਭੂ ਦੇ ਇਸ ਹਿੱਸੇ ਦੇ ਵਿੱਚ, ਵਚਨ ਦੇ ਇਸ ਹਿੱਸੇ ਦੇ ਵਿੱਚ ਜਾਂਦੇ ਹਾਂ, ਤਾਂ ਤੁਸੀਂ ਦੇਖੋ ਕਿ ਇਸ ਦੇ ਵਿੱਚ ਇੱਕ ਯੂਸਫ ਨੇ ਪ੍ਰਭੂ ਦੀ ਆਗਿਆਕਾਰੀ ਕੀਤੀ। ਅਬਰਾਹਮ ਨੇ ਵੀ ਆਗਿਆਕਾਰੀ ਕੀਤੀ ਉੱਥੇ, ਔਰ ਇਹੋ ਹੀ ਕੰਮ ਜਿਹੜਾ ਸੀਗਾ, ਜਿਸ ਲਈ ਅਸੀਂ ਜਾਣੇ ਹੈਗੇ ਆ ਆਦਮ ਦੇ ਵਿੱਚ ਜਾਂਦੇ ਆ, ਉਹਨੇ ਵੀ ਆਗਿਆਕਾਰੀ ਕੀਤੀ ਸੀ। ਸਾਰਾ ਨੇ ਅਬਰਾਹਮ ਨੂੰ ਕਿਹਾ, ਅਬਰਾਹਮ ਨੇ ਗੱਲ ਮੰਨ ਲਈ। ਵਾਦਾ ਤਾਂ ਉਸ ਨੂੰ ਹਾਜਰਾ ਦੇ ਰਾਹੀਂ ਮਿਲਿਆ ਸੀਗਾ, ਜਿਸ ਲਈ ਪ੍ਰਭੂ ਨੇ ਕਿਹਾ ਸੀ ਮੈਂ ਤੇਰੇ ਤੋਂ ਸੰਤਾਨ ਪੈਦਾ ਕਰੂੰਗਾ, ਤੇ ਉਸਨੇ ਕਿਹਾ ਸੀ ਕਿ ਇੱਕ ਦਾਸੀ ਦੇ ਰਾਹੀਂ ਤੂੰ ਸੰਤਾਨ ਪੈਦਾ ਕਰੇਗਾ। ਉਸ ਸਿਸਟਮ ਉਹਨਾਂ ਨੇ ਆਪ ਬਣਾਇਆ। ਉਹ ਜਿਹੜਾ ਇੱਕ ਉਸ ਸਮੇਂ ਦਾ ਲਾ ਸੀਗਾ, ਉਸ ਨੂੰ ਉਹਨਾਂ ਨੇ ਅਬਿਊਜ਼ ਕੀਤਾ। ਸੋ ਇੱਥੇ ਅਸੀਂ ਇਹ ਦੇਖਦੇ ਪਏ ਹਾਂ ਕਿ ਯੂਸਫ, ਅਬਰਾਹਮ ਔਰ ਜਿਹੜਾ ਆਦਮ ਆ, ਦੋਨਾਂ ਦੇ ਤੋਂ ਬਿਲਕੁਲ ਅਲੱਗ ਆ। ਯੂਸਫ ਨੇ, ਜਿਸ ਲਈ ਪ੍ਰਭੂ ਨੇ ਉਸ ਨੂੰ ਇਹ ਚੀਜ਼ ਦੱਸੀ ਆ, ਤੇ ਉਸਨੇ ਮੰਨ ਲਿਆ। ਲੇਕਿਨ ਇੱਕ ਵਰਡਿੰਗ ਦੇਖੋ ਤੇ ਕਿੰਨੀ ਪਿਆਰੀ ਆ। ਤੇ ਮੈਂ ਪੜ੍ਹਨ ਲੱਗਾ ਹੈਗਾ 20 ਆਇਤ ਤੋਂ, ਪਰ ਉਹ ਅਜੇ ਇਸ ਮਾਮਲੇ ਦੇ ਬਾਰੇ ਵਿਚਾਰ ਹੀ ਕਰ ਰਿਹਾ ਸੀ ਕਿ ਪ੍ਰਭੂ ਦੇ ਇੱਕ ਸਵਰਗਦੂਤ ਨੇ ਉਸ ਨੂੰ ਸੁਪਨੇ ਦੇ ਵਿੱਚ ਦਰਸ਼ਨ ਦੇ ਕੇ ਕਿਹਾ, ਯੂਸਫ, ਦਾਊਦ ਦੀ ਸੰਤਾਨ, ਮਰੀਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ, ਕਿਉਂਕਿ ਜੋ ਕੁਝ ਉਸ ਦੇ ਗਰਭ ਦੇ ਵਿੱਚ ਹੈ ਉਹ ਪਵਿੱਤਰ ਆਤਮਾ ਦੇ ਵੱਲੋਂ ਹੈ। ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ। ਸਭ ਤੋਂ ਪਹਿਲਾਂ ਪਵਿੱਤਰ ਆਤਮਾ, ਹੁਣ ਸਵਰਗ ਦਾ ਕਨੈਕਸ਼ਨ ਦੇਖੋ, ਜੁੜ ਗਿਆ। ਤੇਰੇ ਵੱਲੋਂ ਨਹੀਂ, ਉਹ ਜਿਹੜਾ ਪੁੱਤਰ ਜਿਹੜਾ ਵਾਅਦਾ ਕੀਤਾ ਉਹ ਆ ਰਿਹਾ। ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ, ਤੂੰ ਉਸ ਦਾ ਨਾਂ ਯਿਸੂ ਰੱਖਣਾ, ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੀਆਂ ਪਾਪਾਂ ਤੋਂ ਬਚਾਵੇਗਾ। ਸੋ ਉਹਦੇ ਆਉਣ ਦਾ ਜਿਹੜਾ ਮਹਾਨ ਕਾਰਨ ਇਹ ਦੱਸਿਆ ਗਿਆ। ਪ੍ਰਭੂ ਯਿਸੂ ਮਸੀਹ ਦਾ ਜਿਹੜਾ 90% ਅਸੀਂ ਇਹ ਕਹਿ ਲਈਏ ਜਿਹੜਾ ਆਉਣ ਦਾ ਕਾਰਨ ਆ, ਉਹ ਇਹ ਹੈ। 10% ਜਿਹੜੀਆਂ ਉਹ ਬਾਕੀ ਦੀਆਂ ਬਰਕਤਾਂ। ਪਰ ਅਸੀਂ ਮਸੀਹਤ ਦੇ ਗੇੜੇ ਦੇ ਵਿੱਚ ਜ਼ਿਆਦਾ ਧਿਆਨ ਉਸ 10% ਤੇ ਰੱਖਦੇ ਹਾਂ, ਔਰ 90% ਨੂੰ ਅਸੀਂ ਪਿੱਛੇ ਛੱਡ ਜਾਂਦੇ ਹਾਂ। ਉਹ ਆਪਣੇ ਲੋਕਾਂ ਨੂੰ ਉਹਨਾਂ ਦੀਆਂ ਪਾਪਾਂ ਤੋਂ ਬਚਾਵੇਗਾ। ਇਹ ਸਭ ਇਸ ਲਈ ਹੋਇਆ ਕਿ ਨਬੀ ਦੇ ਦੁਆਰਾ ਇਹ ਕਿਹਾ ਹੋਇਆ ਵਚਨ ਪੂਰਾ ਹੋਵੇ। ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ, ਤੂੰ ਉਸਦਾ ਨਾਂ ਇਮਾਨੂਅਲ ਰੱਖਿਆ ਜਾਵੇਗਾ, ਜਿਸ ਦਾ ਅਰਥ ਹੈ ਪਰਮੇਸ਼ਵਰ ਸਾਡੇ ਨਾਲ, ਐਲੋਹੀਮ ਸਾਡੇ ਨਾਲ। ਸੋ ਜਦੋਂ ਯੂਸਫ ਨੀਂਦ ਤੋਂ ਜਾਗਿਆ, ਉਸਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਸਵਰਗਦੂਤ ਨੇ ਉਸ ਨੂੰ ਦੱਸਿਆ ਸੀ, ਅਤੇ ਮਰੀਮ ਦੇ ਨਾਲ ਵਿਆਹ। ਪ੍ਰਭੂ ਨੇ ਆ ਕੇ ਆਦਮ ਨੂੰ ਪੁੱਛਿਆ, ਤੈਨੂੰ ਕਿਦਾਂ ਪਤਾ ਲੱਗਾ ਤੂੰ ਨੰਗਾ ਹੈ? ਤੂੰ ਕਿਤੇ ਉਹ ਫਲ ਤਾਂ ਨਹੀਂ ਖਾ ਲਿਆ? ਆਦਮ ਨੇ ਕਿਹਾ, ਆ ਜਿਹੜੀ ਤੂੰ ਮੈਨੂੰ ਦਿੱਤੀ ਆ, ਇਹਨੇ ਮੈਨੂੰ ਦਿੱਤਾ, ਫਲ ਨਹੀਂ ਖਾ ਲਿਆ। ਸੋ ਉਸਨੇ ਆਪਣਾ ਜਿਹੜਾ ਪੱਲਾ ਸੀ ਉਹ ਝਾੜ ਦਿੱਤਾ। ਅਬਰਾਹਮ ਵੱਲ ਦੇਖ ਲਓ,
ਸਾਰਾ ਨੇ ਜਾ ਕੇ ਕਿਹਾ ਕਿ ਇਹ ਦਾਸੀ ਮੈਨੂੰ ਅੱਖਾਂ ਦਿਖਾਉਂਦੀ ਪਈ ਆ। ਕਹਿੰਦਾ ਤੇਰੀ ਦਾਸੀ ਆ, ਤੇਰਾ ਹੀ ਪਲਾਨ ਸੀ ਜੋ ਤੂੰ ਇਹਦੇ ਨਾਲ ਕਰਨਾ ਕਰ। ਸੋ ਉਸਨੇ ਵੀ ਉਹਦੇ ਉੱਤੇ ਨਾ ਤਾਂ ਆਦਮ ਨੇ ਉਸ ਨੂੰ ਬਚਾਉਣ ਦੇ ਲਈ ਕੁਛ ਕੀਤਾ, ਨਾ ਅਬਰਾਹਮ। ਪਰ ਦੋਨੋਂ ਦੇ ਦੋਨੋਂ ਇੱਥੇ ਅਸੀਂ ਯੂਸਫ ਦੇ ਵਿੱਚ ਦੇਖਦੇ ਪਏ ਹਾਂ। ਯੂਸਫ ਨੇ ਬਿਲਕੁਲ ਪ੍ਰਭੂ ਦੀ ਆਗਿਆਕਾਰੀ। ਹੁਣ ਆਓ ਲੂਕਾ ਦਾ ਪੇਜ 99 ਪੰਨਾ 26 ਆਇਤ ਤੋਂ ਲੈ ਕੇ, ਪਹਿਲਾ ਭਾਵ 26 ਆਇਤ ਤੋਂ ਲੈ ਕੇ 38 ਆਇਤ ਤੱਕ, ਜਿਸ ਨੂੰ ਮਿਲ ਜਾਏ। ਮੈਂ ਪੜ੍ਹਦੀ ਹਾਂ ਪਾਸਟਰ ਜੀ। ਪ੍ਰਭੂ ਯਿਸੂ ਦੇ ਜਨਮ ਦੀ ਸੂਚਨਾ। ਅਲੀਸਵਾ ਨੂੰ ਗਰਭਵਤੀ ਹੋਇਆਂ 6 ਮਹੀਨੇ ਹੋ ਚੁੱਕੇ ਸਨ ਜਦੋਂ ਪਰਮੇਸ਼ਰ ਨੇ ਜਬਰਾਇਲ ਦੂਤ ਨੂੰ ਗਲੀਲ ਇਲਾਕੇ ਦੇ ਨਾਸਰਤ ਨਾਂ ਦੇ ਇੱਕ ਪਿੰਡ ਵਿੱਚ ਘੱਲਿਆ। ਦੂਤ ਮਰੀਅਮ ਨਾਂ ਦੀ ਇੱਕ ਕੁਆਰੀ ਕੋਲ ਗਿਆ। ਉਸ ਕੁਆਰੀ ਦੀ ਮੰਗਣੀ ਦਾਊਦ ਦੀ ਕੁਲ ਯੂਸਫ ਦੇ ਨਾਂ ਦੇ ਇੱਕ ਆਦਮੀ ਨਾਲ ਹੋਈ ਸੀ। ਦੂਤ ਨੇ ਅੰਦਰ ਜਾ ਕੇ ਮਰੀਅਮ ਨੂੰ ਆਖਿਆ, ਹੇ ਪ੍ਰਭੂ ਦੀ ਕਿਰਪਾ ਪਾਤਰ, ਪ੍ਰਭੂ ਦੀ ਜੈ ਹੋਵੇ, ਉਹ ਤੇਰੇ ਨਾਲ ਹੈ। ਮਰੀਅਮ ਇਹ ਸੁਣ ਕੇ ਘਬਰਾ ਗਈ ਤੇ ਮਨ ਵਿੱਚ ਸੋਚਣ ਲੱਗੀ, ਇਹ ਕਿਸ ਤਰ੍ਹਾਂ ਦਾ ਪ੍ਰਣਾਮ ਹੈ। ਦੂਤ ਨੇ ਮਰੀਅਮ ਨੂੰ ਕਿਹਾ, ਮਰੀਅਮ ਨਾ ਡਰ, ਕਿਉਂਕਿ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ। ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਤੂੰ ਉਸ ਦਾ ਨਾਂ ਯਿਸੂ ਰੱਖਣਾ। ਉਹ ਮਹਾਨ ਹੋਵੇਗਾ, ਉਹ ਪਰਮ ਪਰਮੇਸ਼ਰ ਦਾ ਪੁੱਤਰ ਖਵਾਏਗਾ। ਪ੍ਰਭੂ ਪਰਮੇਸ਼ਰ ਉਸ ਦੇ ਪੁਰਖੇ ਦਾਊਦ ਦੀ ਰਾਜ ਗੱਦੀ ਉਸ ਨੂੰ ਦੇਵੇਗਾ। ਉਹ ਸਦਾ ਤੀਕ ਯਾਕੂਬ ਦੇ ਟੱਬਰ ਉੱਤੇ ਰਾਜ ਕਰੇਗਾ। ਉਸ ਦੇ ਰਾਜ ਦਾ ਅੰਤ ਨਹੀਂ ਹੋਵੇਗਾ। ਮਰੀਅਮ ਨੇ ਦੂਤ ਨੂੰ ਕਿਹਾ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਮੈਂ ਅਜੇ ਕੁਆਰੀ ਹਾਂ। ਦੂਤ ਨੇ ਉੱਤਰ ਦਿੱਤਾ, ਪਵਿੱਤਰ ਆਤਮਾ ਤੇਰੇ ਉੱਤੇ ਉਤਰੇਗੀ ਅਤੇ ਪਰਮੇਸ਼ਰ ਦੀ ਸ਼ਕਤੀ ਤੇਰੇ ਉੱਤੇ ਛਾਇਆ ਕਰੇਗੀ। ਇਸ ਲਈ ਜੋ ਪਵਿੱਤਰ ਬਾਲਕ ਤੇਰੇ ਤੋਂ ਪੈਦਾ ਹੋਵੇਗਾ ਉਹ ਪਰਮੇਸ਼ਰ ਦਾ ਪੁੱਤਰ ਖਵਾਏਗਾ। ਤੇਰੀ ਰਿਸ਼ਤੇਦਾਰ ਅਲੀਸਵਾ ਵੀ ਆਪਣੇ ਬੁਢਾਪੇ ਵਿੱਚ ਗਰਭਵਤੀ ਹੈ। ਇਹ ਉਸ ਦਾ 6ਵਾਂ ਮਹੀਨਾ ਹੈ। ਉਹ ਵੀ ਇੱਕ ਪੁੱਤਰ ਨੂੰ ਜਨਮ ਦੇਵੇਗੀ। ਪਰਮੇਸ਼ਰ ਦੇ ਲਈ ਕੁਝ ਵੀ ਅਸੰਭਵ ਨਹੀਂ। ਮਰੀਅਮ ਨੇ ਕਿਹਾ, ਮੈਂ ਪਰਮੇਸ਼ਰ ਦੀ ਦਾਸੀ ਹਾਂ, ਜਿਸ ਤਰ੍ਹਾਂ ਤੁਸਾਂ ਨੇ ਕਿਹਾ ਮੇਰੇ ਨਾਲ ਉਸੇ ਤਰ੍ਹਾਂ ਹੋਵੇ। ਫਿਰ ਦੂਤ ਮਰੀਅਮ ਦੇ ਕੋਲੋਂ ਚਲਾ ਗਿਆ। ਦੂਤ ਮਰੀਅਮ ਦੇ ਕੋਲ ਚਲਾ ਗਿਆ। ਸੋ ਅਸੀਂ ਇੱਥੇ ਫਿਰ ਆਗਿਆਕਾਰੀ ਦੇਖਦੇ ਪਏ। ਅਸੀਂ ਸੰਪੂਰਨ ਆਗਿਆਕਾਰੀ ਯੂਸਫ ਦੇ ਪਾਠ 'ਚ ਦੇਖਦੇ ਪਏ ਹਾਂ। ਮਰੀਅਮ ਦੇ ਲਈ ਇਹ ਬਿਲਕੁਲ ਅਚੰਭਾ ਆ, ਕਿਉਂਕਿ ਇਸ ਤਰ੍ਹਾਂ ਪਹਿਲਾਂ ਨਾ ਕਦੀ ਹੋਇਆ, ਨਾ ਕਦੀ ਉਹਨਾਂ ਨੇ ਸੁਣਿਆ ਸੀ। ਨਾ ਤੁਰੇਤ, ਨਾ ਨਬੀ, ਨਾ ਸਾਮ, ਕੋਈ ਵੀ ਚੀਜ਼ ਏਦਾਂ ਦੀ ਚੀਜ਼ ਦੱਸਦੇ ਪਏ। ਲੇਕਿਨ ਮਰੀਅਮ ਨੇ ਕਿਹਾ, ਪ੍ਰਭੂ ਜਿਸ ਤਰ੍ਹਾਂ ਤੂੰ ਕਹਿ ਰਹੀ ਮੇਰੇ ਨਾਲ ਉਸੇ ਤਰ੍ਹਾਂ ਹੋਵੇ। ਉਸਨੇ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦਿੱਤਾ। ਸੋ ਆਗਿਆਕਾਰੀ ਤੋਂ ਪ੍ਰਭੂ ਯਿਸੂ ਮਸੀਹ ਨੇ ਉਹ ਜਿਹੜਾ ਇੰਨੇ ਸਮੇਂ ਦਾ ਜਿਹੜਾ ਪਾਪ, ਜਿਹੜਾ ਆਪਣੇ ਆਪ ਤੇ ਇੱਕ ਧਾਰਮਿਕਤਾ ਦਾ ਜਿਹੜਾ ਬੋਝ ਲੈ ਲਿਆ ਸੀਗਾ, ਜਿਹੜਾ ਉਹ ਅਸੀਂ ਜਿਹਨੂੰ ਅਸੀਂ ਕਹਿੰਦੇ ਹੈਗੇ ਆ ਕਿ ਲੀਗਲ ਸਿਸਟਮ ਦੇ ਹਿਸਾਬ ਦੇ ਨਾਲ ਜਿਹੜਾ ਉਹਨਾਂ ਨੇ ਵਿਵਸਥਾ ਦਾ ਹੋਰ ਬੋਝ ਲੈ ਲਿਆ ਸੀ ਆਪਣੇ ਉੱਤੇ, ਉਹ ਇਸ ਆਗਿਆਕਾਰੀ ਦੇ ਨਾਲ ਤੋਂ ਔਰ ਅਸਲੀ ਪੁੱਤਰ ਹੋਣ ਆਇਆ। ਔਰ ਜਿਹੜਾ ਜਿਸ ਦੇ ਰਾਹੀਂ ਧਰਮ ਆਇਆ ਸੀ, ਹੁਣ ਜਿਹੜੀ ਦੁਨੀਆ ਦੇ ਉੱਤੇ ਜਿਹੜਾ ਯਰੂਸ਼ਲਮ ਆ ਤੇ ਉਹ ਜਿਹੜਾ ਧਰਮ ਆ, ਜਿੱਦਾਂ ਹਾਜਰਾ ਨੂੰ ਤੇ ਉਸਦੇ ਪੁੱਤਰ ਨੂੰ ਜਾਣਾ ਪਿਆ, ਜਿਸ ਲਈ ਪ੍ਰਭੂ ਯਿਸੂ ਆ ਗਿਆ ਔਰ ਜਿਸ ਲਈ ਉਸਨੇ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਮੌਤ ਹੋ ਗਈ ਔਰ ਉਸ ਮੰਦਿਰ ਦਾ ਅੰਦਰੋਂ ਪਰਦਾ ਫਟ ਗਿਆ, ਦਰਵਾਜ਼ਾ ਖੁੱਲ ਗਿਆ ਤੇ ਹੁਣ ਇਸੇ ਤਰ੍ਹਾਂ ਇਹਨੂੰ ਜਾਣਾ ਪਿਆ।
सो इस करके सानू दो एग्जाम्पल दित्तियां गईयां, हाजरा दी जो धरती दा यरूशलेम, सारा दी जो स्वर्ग दा यरूशलेम। इशमाइल दी जिहड़ा धरती दी धार्मिकता है, यसू दी जिहड़ी स्वर्ग दी धार्मिकता। इशमाइल दी जो एक गधे की तरह सजा है, यसू दी जो साडे विच किरपा है ते दया है। इशमाइल दी जिस दे विच सजा है, यसू दी जिस दे विच माफी। सो इस करके संत पौल उन्हां नूं कह रहा, धरती दे नेम दे विच अपने आप नूं दुआरा ना जोड़ो, ये भार अपने सिर ते ना लाओ, इस पजाली दे विच ना जुड़ो मुड़, क्योंकि तुहानू आजाद किया गया है। सो आजाद रहना सीखो, गुलामी दे विच ना रहो। नेम दा जिहड़ी व्यवस्था दी जिहड़ी गुलामी आ, ये मौत पैदा करती है, लेकिन यसू दे विच जिहड़ी आजादी आ, वो जिंदगी पैदा करती। वो जिंदगी पैदा प्रभु दे घर तक नहीं करती, उत्थे तक नहीं करती, बल्कि इस धरती ते भी सानू उसका आराम, उसकी दया, उसकी कृपा, उसकी शांति, उसका अपना उसकी अपनी निगाहबानी ते अपना साथ जिहड़ा है उस ये दो फर्क प्रभु का वचन सानू दिखाता। कल नूं असीं 5वें चैप्टर नूं शुरू करांगे और उस दे विच फिर असीं इन्हां 4 चैप्टरां दे विचों जो कुछ प्रभु ने सानू सिखाया, सो उसके प्लेटफॉर्म तो एक तरह का असीं जिहड़ा 5वां चैप्टर देखांगे, उस दे विच प्रभु दी बरकत देखांगे। प्रभु यीशु तेरा बहुत शुक्र करते हैं, तेरी दया, तेरे रहम, तेरे प्यार, तेरिया महान बरकतां दे लई। किस तरह प्रभु जी तू सानू गुलाम दी अधीनता तो कढ के आजाद किया। जब तक सारा दे पुत्र नहीं होया और उस सारे समय दे विच प्रभु जी हाजरा दा पुत्र सी, जो सारा दे लई भी एक गुलामी की निशानी सी, पर जब तू सारा नूं पुत्र दिता तो उसके नाल ही वो अपने आप नूं आजाद महसूस करन लगी। पुत्र ने सारा नूं छुटकारा दिता। इसे तरह प्रभु जी तू सानू धर्म धार्मिकता की गुलामी दे विचों कढ़िया और पुत्र तो अपने पुत्र नूं दे के प्रभु जी तू सानू बचा। तेरा असीं बहुत शुक्र करते हैं प्रभु जी। अरे बाप, तेरा असीं बहुत शुक्र करते इस महान तोहफे दे लई जो यसू दे विच सानू मिलिया। प्यारे प्रभु, रास्ता जो मिलिया वो कठिन, वो पानी के बहाव के नाल नहीं चलता, बल्कि उल्ट चलता। पर तेरा शुक्र है प्रभु, तेरी राखी साडे अगे साडे पिछे, तेरी कृपा ते दया साडे सज्जे ते खब्बे, तेरी निगाहबानी स्वर्ग तो, पैरां च छोटा रास्ता पवित्र आत्मा की भरपूरी, बेटे दा साथ प्रभु जी साडे नाल हमेशा होना। और इस नूं लैके तू सानू प्रभु जी अपने छोटे रास्ते ते लैके चल।
ਤਾਂ ਕਿ ਅਸੀਂ ਘਰ ਪਹੁੰਚ ਜਾਈਏ। ਆਪਣੇ ਭੈਣ ਭਰਾਵਾਂ ਦੇ ਲਈ ਮੈਂ ਦੁਆ ਕਰਦਾ ਪ੍ਰਭੂ ਜੀ, ਤੂੰ ਇਹਨਾਂ ਦੀਆਂ ਸਾਰਿਆਂ ਦੀਆਂ ਜ਼ਰੂਰਤਾਂ ਨੂੰ ਜਾਣਦਾ। ਸਰੀਰ ਦੀ ਜ਼ਰੂਰਤ ਪ੍ਰਭੂ ਜੀ, ਮਨ ਦੀ ਜ਼ਰੂਰਤ, ਆਤਮਾ ਦੀ ਜ਼ਰੂਰਤ, ਬੱਚਿਆਂ ਦੀ ਜ਼ਰੂਰਤ ਪ੍ਰਭੂ ਜੀ, ਖਾਨਦਾਨਾਂ ਦੀ ਜ਼ਰੂਰਤ, ਆਪਣੇ ਸਵਰਗ ਤੋਂ ਪ੍ਰਭੂ ਜੀ ਤੋਂ ਸਭ ਕੁਝ ਪੂਰਾ ਕਰ, ਕਿਉਂਕਿ ਸਾਡਾ ਯਰੂਸ਼ਲਮ ਤਾਂ ਸਵਰਗ ਤੋਂ ਆ ਪ੍ਰਭੂ ਜੀ, ਸਾਡੀਆਂ ਤਾਂ ਸਭ ਚੀਜ਼ਾਂ ਉੱਥੋਂ ਆ। ਔਰ ਇਸੇ ਤਰ੍ਹਾਂ ਪ੍ਰਭੂ ਜੀ, ਜਦ ਤੱਕ ਅਸੀਂ ਦੁਆਰਾ ਮਿਲੀਏ, ਤੇਰਾ ਇਹ ਵਚਨ ਸਾਡੇ ਮਨ ਨੂੰ, ਤਨ ਨੂੰ, ਆਤਮਾ ਨੂੰ ਮਜ਼ਬੂਤ ਰੱਖੇ ਔਰ ਤੇਰੇ ਵਿੱਚ ਚੱਲਦਾ ਰਹੇ। ਸਾਡੇ ਖਾਨਦਾਨਾਂ ਦੇ ਨਾਲ ਪ੍ਰਭੂ ਜੀ ਤੇਰੀ ਹਜ਼ੂਰੀ ਬਣੀ ਰਹੇ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਚ ਮੰਗਦੇ ਹਾਂ। ਬਲੈਸ ਯੂ। ਪ੍ਰਭੂ ਤੁਹਾਨੂੰ ਅਸੀਸ ਦੇਵੇ ਅਤੇ ਤੁਹਾਡੀ ਸੰਭਾਲ ਕਰੇ। ਪ੍ਰਭੂ ਤੁਹਾਡੇ ਤੇ ਆਪਣਾ ਰਹਿਮ ਕਰੇ ਅਤੇ ਤੁਹਾਡੇ ਤੇ ਆਪਣੀ ਦਇਆ ਕਰੇ। ਪ੍ਰਭੂ ਤੁਹਾਡਾ ਪੱਖ ਲਏ, ਤੁਹਾਨੂੰ ਆਪਣੀ ਤੁਹਾਡੇ ਤੇ ਕਿਰਪਾ ਦੀ ਨਜ਼ਰ ਕਰੇ ਅਤੇ ਤੁਹਾਨੂੰ ਆਪਣੀ ਸ਼ਾਂਤੀ ਦੇ। ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਦੇ। ਔਰ ਇਸ ਬਰਕਤ ਦੇ ਵਿੱਚ ਅਸੀਂ ਕੱਲ ਨੂੰ ਦੁਆਰਾ ਮਿਲਾਂਗੇ, ਸੇਮ ਟਾਈਮ